सुधार वेले एक जारी किया गया सी कि जिहड़े छोटा किसान है 5 एकड़ तक दा वो भी अपने खेत दे विच मनरेगा स्कीम के तहत काम कर सकदा, उन्होंने दिहाड़ी पूरी मिलेगी। जे इनके सरपंच नहीं आउंदा फिर भी बंदियां ने बुला ली ग्राम सभा ਤਾਂ ਫਿਰ ਉਸ ਸਭਾ 'ਚ ਬੈਠਾ ਕੋਈ ਵੀ ਪੰਚ ਉਹਨੂੰ ਪ੍ਰਧਾਨ ਚੁਣਿਆ ਜਾ ਸਕਦਾ। ਫਾਜ਼ਿਲਕਾ ਜ਼ਿਲ੍ਹੇ 'ਚ ਇੱਕ ਪਿੰਡ ਹੈ ਹਸਤਾ ਕਲਾਂ, ਉਦੋਂ ਵੀ ਜਦੋਂ ਪੰਚਾਇਤ ਮੌਜੂਦ ਨਹੀਂ ਹੈ ਪਿੰਡ ਦੇ ਲੋਕਾਂ ਨੇ 20% ਨੇ ਲਿਖ ਕੇ ਦਿੱਤਾ, ਗ੍ਰਾਮ ਸਭਾ ਦਾ ਇਜਲਾਸ ਬੁਲਾਇਆ, ਉਹਦੇ ਖਿਲਾਫ ਮਤਾ ਪਾਇਆ ਕਿ ਇਹ ਜਿਸ ਵੀ ਪੱਧਰ 'ਤੇ ਫੈਸਲਾ ਹੋਇਆ ਇਹ ਪਿੰਡ ਦੀਆਂ ਗ੍ਰਾਮ ਸਭਾ ਦੀ ਭਾਵਨਾ ਦੇ ਖਿਲਾਫ ਹੈ। ਸਾਡਾ ਪਿੰਡ ਇੱਕੋ ਪਿੰਡ ਹੈ, ਇੱਕੋ ਪੰਚਾਇਤ ਰਹਿਣੀ ਚਾਹੀਦੀ ਹੈ। ਉਹ ਮੁਕੱਦਮਾ ਵਿਰੋਧੀ ਬੰਦੇ ਜਿਨ੍ਹਾਂ ਨੇ ਬਣਵਾਈ ਸੀ ਹਾਈ ਕੋਰਟ ਤੱਕ ਗਿਆ। ਤੇ ਦੂਜਾ ਤੁਸੀਂ ਇਹ ਕਿਹਾ ਸੀ ਕਿ ਜਿਹੜੇ ਸੈਕਟਰੀ ਨੇ ਉਹ ਆਮ ਤੌਰ ਤੇ ਕਹਿੰਦੇ ਨੇ ਵੀ ਸਰਪੰਚ ਆਈ ਮੜਾ ਆ, ਉਹ ਸੈਕਟਰੀ ਸਾਹਿਬ ਕਹਿੰਦਾ ਉਹ ਸਰਪੰਚ ਕਹਿ ਕੀ। ਜਿਹੜੇ ਬਾਦਲ ਸਾਹਿਬ ਨੇ ਉਹ ਵੀ ਕਦੇ ਸਰਪੰਚ ਸਨ, ਹੋਰ ਵੱਡੇ ਵੱਡੇ ਲੀਡਰ ਨੇ ਉਹ ਕਦੇ ਸਰਪੰਚ ਤੋਂ ਹੀ ਮੁੱਖ ਮੰਤਰੀ ਤੱਕ ਦੇ ਉਹਦੇ ਤੱਕ ਗਏ ਨੇ। ਤੁਸੀਂ ਕਿਵੇਂ ਇਦਾਂ ਕਹਿ ਸਕਦੇ ਸਰਪੰਚਾਂ ਦੀ ਪੁੱਛਗਿੱਛ ਹੀ ਨਹੀਂ ਜਾਂ ਪੰਚਾਇਤਾਂ ਦੀ ਪੁੱਛਗਿੱਛ ਨਹੀਂ? ਦੇ ਆ ਤੁਹਾਡੇ ਅਮਰਗੜ੍ਹ ਹਲਕੇ ਦਾ ਸੁਰਜੀਤ ਧਮਾਨ ਕਿੰਨੇ ਵਾਰ ਬੋਲੇ ਕਿ ਕੋਈ ਸੁਣਵਾਈ ਨਹੀਂ ਹੈ, ਅਜੇ ਨਸ਼ਾ ਉਵੇਂ ਵਿਕ ਰਿਹਾ ਹੈ, ਸਾਰਾ ਕੁਝ ਉਵੇਂ ਵਿਕ ਰਿਹਾ। ਪਰ 1984 ਤੋਂ ਬਾਅਦ ਉਹਨਾਂ ਸੱਜਣਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਾਲਜਾਂ ਯੂਨੀਵਰਸਿਟੀਆਂ 'ਚ ਚੋਣਾਂ ਬੰਦ ਨੇ ਔਰ ਖੇਤੀ ਗੋਰੇ ਛੱਡ ਕੇ 2% ਤੋਂ ਵੱਧ, 2 ਤੋਂ ਵੀ ਘੱਟ ਹੈ ਅਮਰੀਕਾ ਦੇ ਵਿੱਚ ਖੇਤੀ 'ਚ ਰਹਿ ਗਏ ਬੰਦੇ। ਸਾਰੇ ਯੂਰਪ 'ਚ, ਸਾਰੇ ਵਿਕਸਿਤ ਵਰਲਡ 'ਚ, ਦੁਨੀਆ ਦੇ ਵਿੱਚ 5% ਤੋਂ ਵੱਧ ਖੇਤੀ 'ਚ ਬੰਦੇ ਨਹੀਂ ਹੈ। ਲੋਕ ਕਹਿਣ ਕਿ ਸਾਡੇ ਤਾਂ ਗ੍ਰਾਮ ਸਭਾ ਹੋਈ ਨਹੀਂ, 20% ਲਿਖ ਕੇ ਦੇਣ ਫਿਰ ਵੀ ਬੁਲਾਈ ਜਾ ਸਕਦੀ ਹੈ। ਉਹ ਕਿਸ ਨੂੰ ਲਿਖ ਕੇ ਦੇਣਗੇ? ਉਹ BDPO ਨੂੰ ਦੇਣਗੇ। ਤੇ ਇਹਦੇ ਵਾਸਤੇ ਇੱਕ ਸਭ ਤੋਂ ਵਧੀਆ ਤਰੀਕਾ ਹੈ ਕਿ ਜਿਹੜੀ ਆਪਾਂ ਐਪਲੀਕੇਸ਼ਨ ਦੇਣੀ ਹੈ, ਅਰਜੀ ਦੇਣੀ ਹੈ, ਉਹ ਰਜਿਸਟਰਡ ਕਰਵਾ ਕੇ ਰਜਿਸਟਰਡ ਡਾਕ ਰਾਹੀਂ ਆਪਾਂ ਉਸ ਦਫ਼ਤਰ ਦੇ ਵਿੱਚ ਪਹੁੰਚਦੀ ਕਰਨੀ ਹੈ ਤੇ ਆਪਾਂ ਨੂੰ ਇੱਕ ਰਸੀਦ ਮਿਲ ਜੇਗੀ ਡਾਕਖਾਨੇ ਤੋਂ। ਮਨਰੇਗਾ ਸਕੀਮ ਨਹੀਂ ਹੈ, ਕਾਨੂੰਨ ਹੈ, ਬੁਨਿਆਦੀ ਹੱਕ ਹੈ ਉਹਨਾਂ ਬੰਦਿਆਂ ਨੂੰ ਰੁਜ਼ਗਾਰ ਲੈਣ ਦਾ। 5 ਏਕੜ ਤੱਕ ਕਿਸਾਨਾਂ ਲਈ ਵੀ ਆਪਦੇ ਖੇਤ 'ਚ ਕੰਮ ਕਰਕੇ ਤੇ ਬਾਕੀ ਲੇਬਰ ਲਈ ਵੀ। ਪੰਜਾਬ 'ਚ ਇੱਕ ਵੀ ਜਗ੍ਹਾ ਆਪਦੇ ਖੇਤ 'ਚ ਕੰਮ। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਮੈਂ ਸਾਹਿਬ ਸਿੰਘ ਵਿਰਕ ਅੱਜ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ। ਉੱਘੇ ਪੱਤਰਕਾਰ ਸਰਦਾਰ ਹਮੀਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ। ਪਿਛਲੀ ਚਰਚਾ ਦੇ ਦੌਰਾਨ ਆਪਾਂ ਗੱਲਬਾਤ ਕੀਤੀ ਸੀ ਕਿ ਪੰਚਾਇਤਾਂ ਨੂੰ ਕੀ ਅਧਿਕਾਰ ਨੇ, ਪਿੰਡ ਦੇ ਜਿਹੜੇ ਕੋਈ ਵੀ ਨਾਗਰਿਕ ਨੇ ਜਿਨ੍ਹਾਂ ਦੀ ਵੋਟ ਬਣੀ ਹੋਵੇ ਉਹ ਕੀ ਕੁਛ ਕਰ ਸਕਦੇ ਨੇ, ਕਿਸ ਤਰ੍ਹਾਂ ਦੇ ਆਪਣੇ ਪਿੰਡ ਦੇ ਕੰਮਕਾਰ ਨੂੰ ਕਰਵਾਉਣ ਵਾਸਤੇ ਕਿਸ ਤਰ੍ਹਾਂ ਦੀ ਕਾਰਵਾਈ ਕਰ ਸਕਦੇ ਨੇ। ਇਸ ਦੇ ਦੌਰਾਨ ਤੁਹਾਡੇ ਕਮੈਂਟ ਜਿਹੜੇ ਨੇ ਉਹ ਵੀ ਕਾਫੀ ਜ਼ਿਆਦਾ ਸਲਾਹੁਣਯੋਗ ਸਨ ਤੇ ਉਹਨਾਂ ਤੋਂ ਕਾਫੀ ਜ਼ਿਆਦਾ ਜਿਹੜੇ ਤੁਹਾਡੇ ਸਵਾਲ ਸਨ। ਇੱਕ ਵਾਰੀ ਫੇਰ ਹਾਜ਼ਰ ਹਾਂ ਤੇ ਹਮੀਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਕਮੈਂਟਾਂ ਦੇ ਆਧਾਰ ਤੇ। ਸਵਾਗਤ ਹੈ ਸਰ ਤੁਹਾਡਾ ਜੀ। ਜੀ ਸ਼ੁਕਰੀਆ। ਇੱਕ ਪਿਛਲੀ ਇੰਟਰਵਿਊ ਦੌਰਾਨ ਤੁਸੀਂ ਗੱਲਬਾਤ ਕਰੀ ਸੀ ਕਿ ਜਦੋਂ ਪਿੰਡ ਦੇ ਵਿੱਚ ਕੋਈ ਕੰਮਕਾਜ ਨਹੀਂ ਚੱਲ ਰਿਹਾ ਹੈਗਾ ਤਾਂ ਇੱਕ ਗ੍ਰਾਮ ਸਭਾ ਦੀ ਮੀਟਿੰਗ ਬੁਲਾਈ ਜਾ ਸਕਦੀ ਹੈ ਜਿਸ ਦੇ ਵਿੱਚ ਪਿੰਡ ਦੇ 20% ਵੋਟਰ ਜਿਹੜੇ ਨੇ ਉਹ ਗ੍ਰਾਮ ਸਭਾ ਬੁਲਾ ਸਕਦੇ ਨੇ। ਤੇ ਇਸ ਦੇ ਬਾਰੇ 'ਚ ਸਰੋਤੇ ਪੁੱਛਣਾ ਚਾਹੁੰਦੇ ਸਨ ਵੀ ਜਿਹੜੀ 20% ਨੇ ਉਹ ਪੂਰੀ ਇਕੱਲੇ ਵੋਟਰਾਂ ਦਾ ਹੋਊਗਾ ਜਾਂ ਪੂਰੇ ਪਿੰਡ ਦਾ ਹੋ ਸਕਦਾ ਜੀ? ਨਹੀਂ, ਇਹਦੇ ਵਿੱਚ ਇਹ ਹੈ ਕਿ ਗ੍ਰਾਮ ਸਭਾ ਦੇ 2 ਇਜਲਾਸ ਤਾਂ ਹੋਣੇ ਲਾਜ਼ਮੀ ਨੇ, ਸਰਪੰਚ ਨੂੰ ਹੀ ਕਰਾਉਣੇ ਪੈਂਦੇ ਨੇ। ਜੂਨ ਤੇ ਦਸੰਬਰ 2 ਮਹੀਨੇ ਹਾੜੀ ਸੌਣੀ ਦਾ ਜਿਹੜਾ ਇਜਲਾਸ ਹੈ ਔਰ ਉਹਦੇ 'ਚ ਇਹ ਵੀ ਹੈ ਵੀ ਜੇ ਸਰਪੰਚ ਲਗਾਤਾਰ 2 ਨਹੀਂ ਕਰਾਉਂਦਾ ਤਾਂ ਆਟੋਮੈਟਿਕ ਸਸਪੈਂਡ ਮੰਨਿਆ ਜਾਂਦਾ ਹੈ। BDPO ਦੀ ਜ਼ਿੰਮੇਵਾਰੀ ਹੈ ਕਿ ਉਹ ਉੱਪਰ ਇਨਫੋਰਮੇਸ਼ਨ ਦੇਵੇ ਕਿ ਇੱਥੇ ਇਜਲਾਸ ਨਹੀਂ ਹੋਈ। ਪਰ ਹਜੇ ਤੱਕ ਕਿਉਂਕਿ ਸਾਡੇ ਸਿਸਟਮ ਹੀ ਇਹ ਹੈ ਕਿ ਪ੍ਰੈਕਟੀਕਲੀ ਗ੍ਰਾਮ ਸਭਾ ਦੇ ਇਜਲਾਸ ਹੋ ਨਹੀਂ ਰਹੇ, ਸਾਰੇ ਰਲ ਮਿਲ ਕੇ ਚਾਹੇ BDPO ਚਾਹੇ ਸਰਪੰਚਾਂ ਨੂੰ ਜਾਣਕਾਰੀ ਵੀ ਨਹੀਂ, ਜੇ ਹੈ ਵੀ ਆ ਉਹ ਧੜਿਆਂ 'ਚ ਵੰਡੇ ਹੋਏ ਨੇ, ਇਸ ਕਰਕੇ ਨਹੀਂ ਕਰਨਾ ਚਾਹੁੰਦੇ, ਹੁੰਦੇ ਨਹੀਂ ਹੈ। ਫਿਰ ਜਿਹੜੀ ਇੱਕ ਤਜਵੀਜ਼ ਰੱਖੀ ਗਈ ਕਾਨੂੰਨ ਦੇ ਵਿੱਚ ਕਿ ਲੋਕਾਂ ਦੀ, ਕਿਉਂਕਿ ਗ੍ਰਾਮ ਸਭਾ ਪਿੰਡ ਦੀ ਪਾਰਲੀਮੈਂਟ ਹੈ ਇੱਕ ਤਰ੍ਹਾਂ ਦੀ, ਪੰਚਾਇਤ ਉਹਦੀ ਕਾਰਜਕਾਰੀ ਸੰਸਥਾ ਹੈ, ਬਾਡੀ ਹੈ, ਇਸ ਲਈ ਲੋਕਾਂ ਨੂੰ ਵੀ ਹੱਕ ਹੋਣਾ ਚਾਹੀਦਾ। ਹੋ ਸਕਦਾ ਮਿਲ ਜਾਣ ਜਾਂ ਸਰਪੰਚ ਜਾਂ BDO ਜਾਂ ਸੈਕਟਰੀ ਨਾ ਕਰਾਉਣਾ ਚਾਹੁਣ ਤਾਂ ਫਿਰ ਲੋਕ ਕੀ ਕਰਨ। ਫਿਰ ਲੋਕਾਂ ਨੂੰ ਇਹ ਹੱਕ ਦਿੱਤਾ ਗਿਆ ਉਸੇ ਕਾਨੂੰਨ ਦੇ ਵਿੱਚ ਕਿ ਉਹ ਜਿੰਨੇ ਵੋਟਰ ਨੇ ਉਹਦਾ 20%, 1000 ਵੋਟ ਹੈ ਮੰਨ ਲਓ ਪਿੰਡ ਦੀ ਤਾਂ 200 ਬੰਦਾ, ਤੇ ਇਸੇ ਕਰਕੇ ਉਨੇ ਬੰਦਿਆਂ ਦੇ ਦਸਤਖਤ ਕਰਕੇ ਉਹ ਗ੍ਰਾਮ ਸਭਾ ਦਾ ਇਜਲਾਸ, ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕਰ ਸਕਦੇ ਨੇ ਕਿਸੇ ਵੀ ਮੁੱਦੇ 'ਤੇ। ਉਹ ਕੋਈ ਐ ਨਹੀਂ ਹੈ ਕਿ ਇੱਕੋ ਵਾਰ ਸਾਲ 'ਚ ਕਰ ਸਕਦੇ ਨੇ, ਜਿੰਨੇ ਮੁੱਦਿਆਂ 'ਤੇ ਉਹ ਜਦ ਮਰਜੀ ਚਾਹਣ ਉਹ ਮੰਗ ਕਰ ਸਕਦੇ ਨੇ ਕਿ ਇਹਨਾਂ ਮੁੱਦਿਆਂ 'ਤੇ ਅਸੀਂ ਗੱਲ ਕਰਨੀ ਹੈ ਔਰ ਪਿੰਡਾਂ ਨੇ ਸੋਚਣਾ। ਉਸ ਸਮੇਂ ਫਿਰ ਇਹ ਹੈ ਕਿ ਜਦੋਂ ਜਿਹੜੇ ਦਿਨ ਉਹ ਟਾਈਮ ਦਿੱਤਾ ਜਾਏਗਾ ਕਿ ਇਸ ਦਿਨ ਗ੍ਰਾਮ ਸਭਾ ਦਾ ਇਜਲਾਸ ਹੋਣਾ ਹੈ, ਉਸ ਗ੍ਰਾਮ ਸਭਾ ਦੇ ਇਜਲਾਸ ਦੇ ਵਿੱਚ 20% ਬੰਦੇ ਦੀ ਮੌਜੂਦਗੀ, ਹਾਜ਼ਰੀ ਚਾਹੀਦੀ ਹੈ ਪਿੰਡ ਦੀ ਕਿ ਹਾਂ ਅਸੀਂ ਮੈਂਬਰ ਹਾਜ਼ਰੀ ਲਾ ਰਹੇ ਹਾਂ। ਤੇ ਉਹਦੇ ਨਾਲ ਦੀ ਨਾਲ ਫਿਰ ਇਹ ਹੈ ਕਿ ਜੇਕਰ ਸਰਪੰਚ ਆ ਜਾਂਦਾ ਹੈ ਉਸ ਗ੍ਰਾਮ ਸਭਾ ਦੇ ਇਜਲਾਸ 'ਚ ਸ਼ਾਮਲ ਹੁੰਦਾ
ਤਾਂ ਪ੍ਰਧਾਨਗੀ ਸਰਪੰਚ ਨੇ ਕਰਨੀ ਹੈ ਤੇ ਬਾਕੀ ਕਾਰਵਾਈ ਰਜਿਸਟਰ 'ਚ ਪੈਣੀ ਹੈ। ਜੇ ਇਨਕੇ ਸਰਪੰਚ ਨਹੀਂ ਆਉਂਦਾ ਫਿਰ ਵੀ ਬੰਦਿਆਂ ਨੇ ਬੁਲਾ ਲਈ ਗ੍ਰਾਮ ਸਭਾ, ਤਾਂ ਫਿਰ ਉਸ ਸਭਾ 'ਚ ਬੈਠਾ ਕੋਈ ਵੀ ਪੰਚ ਉਹਨੂੰ ਪ੍ਰਧਾਨ ਚੁਣਿਆ ਜਾ ਸਕਦਾ ਉਸ ਦਿਨ ਦੇ ਵਾਸਤੇ। ਉਹਦਾ ਕੋਈ ਵੀ ਮਤਾ ਵੀ ਵੈਲਿਡ ਮੰਨਿਆ ਜਾਏਗਾ, ਵਾਜਬ ਮੰਨਿਆ ਜਾਏਗਾ। ਅਗਲੀ ਗੱਲ ਇਹ ਹੈ ਕਈ ਵਾਰ ਇਹ ਪਤਾ ਨਹੀਂ ਲੱਗਦਾ, ਜਿਵੇਂ ਹੁਣ ਲੋਕ ਕਹਿ ਰਹੇ ਨੇ ਜੀ ਹੁਣ ਤਾਂ ਪੰਚਾਇਤ ਨਹੀਂ ਹੈ ਤੇ ਗ੍ਰਾਮ ਸਭਾ ਕਿਵੇਂ ਹੋਊਗੀ ਤੇ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਇੱਕ ਗੱਲ ਮੰਨ ਕੇ ਚੱਲਣੀ ਪਊ ਕਿ ਗ੍ਰਾਮ ਸਭਾ ਇੱਕ ਪਰਮਾਨੈਂਟ ਸਥਾਈ ਸੰਸਥਾ ਹੈ, ਇਹ ਚੁਣੀ ਨਹੀਂ ਜਾਂਦੀ। ਹਰ ਵੋਟਰ ਬਣਨ ਤੋਂ ਲੈ ਕੇ ਹੀ ਉਹਦਾ ਪੱਕਾ ਮੈਂਬਰ ਹੈ ਨਾ, ਇਹਨੂੰ ਕਿਤੇ ਚੋਣ ਦੀ ਲੋੜ ਨਹੀਂ। ਜਿਵੇਂ ਮੈਂ ਇੱਕ ਮਿਸਾਲ ਦਿਆਂ, ਫਾਜ਼ਿਲਕਾ ਜ਼ਿਲ੍ਹੇ 'ਚ ਇੱਕ ਪਿੰਡ ਹੈ ਹਸਤਾ ਕਲਾਂ। ਜਦੋਂ ਪੰਚਾਇਤਾਂ ਟੁੱਟੀਆਂ ਹੋਈਆਂ ਸੀ, ਪ੍ਰਬੰਧਕ ਲੱਗੇ ਹੋਏ ਸੀ, ਚੋਣਾਂ ਦਾ ਐਲਾਨ ਹੋਇਆ ਸੀ, ਉਸ ਸਮੇਂ ਦੌਰਾਨ ਉੱਥੇ 2 ਪੰਚਾਇਤਾਂ ਬਣਾਤੀਆਂ, ਮਤਲਬ ਇੱਕੋ ਪਿੰਡ ਦੇ ਵਿੱਚ। ਨਾਰਮਲੀ ਸਾਡੇ ਇਹ ਹੈ ਵੀ ਜੇ ਕੋਈ ਹਲਕੇ ਨਾਲ ਸੰਬੰਧਿਤ ਲੀਡਰ ਜਿਹੜਾ ਸੱਤਾਧਾਰੀ ਧਿਰ ਦਾ ਉਹਨੂੰ ਆਪਣੀ ਪੰਚਾਇਤ ਬਣਦੀ ਨਾ ਦਿਖੇ ਤਾਂ ਉਹ ਉਂਗਲ ਲਾਉਂਦੇ ਨੇ ਵੀ ਇੱਕ ਹੋਰ ਬਣਾ ਲਓ ਤੁਸੀਂ ਇਸ ਏਰੀਏ ਦੀ, ਚਲੋ ਆਪਾਂ ਤੁਹਾਡੀ ਬਣਵਾ ਦਿੰਦੇ ਹਾਂ। ਇਸੇ ਕਰਕੇ ਬਹੁਤ ਛੋਟੀਆਂ ਪਿੰਡਾਂ 'ਚ ਵੀ ਪੰਚਾਇਤਾਂ ਕਈ ਬਣਾਤੀਆਂ ਸਾਡੇ, ਜਿਹੜੇ ਕਿ ਨੁਕਸਦਾਰ ਇੱਕ ਪ੍ਰੋਸੈਸ ਹੈ। ਪਰ ਉਹ ਬਣ ਗਈ। ਲੋਕਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਬਣ ਗਈਆਂ 2 ਪੰਚਾਇਤਾਂ, ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਗਲਤ ਗੱਲ ਹੋ ਗਈ, ਸਾਡਾ ਤਾਂ ਇਕੱਠਾ ਪਿੰਡ ਹੈ, ਕੋਈ ਦੂਰ ਵੀ ਨਹੀਂ, ਇੱਧਰ ਉੱਧਰ ਵੀ ਨਹੀਂ, ਅਸੀਂ ਨਹੀਂ ਚਾਹੁੰਦੇ ਕਿ ਇਹ 2 ਪੰਚਾਇਤਾਂ ਬਣਨ। ਉਦੋਂ ਵੀ ਜਦੋਂ ਪੰਚਾਇਤ ਮੌਜੂਦ ਨਹੀਂ ਹੈ, ਪਿੰਡ ਦੇ ਲੋਕਾਂ ਨੇ 20% ਨੇ ਲਿਖ ਕੇ ਦਿੱਤਾ, ਗ੍ਰਾਮ ਸਭਾ ਦਾ ਇਜਲਾਸ ਬੁਲਾਇਆ, ਉਹਦੇ ਖਿਲਾਫ ਮਤਾ ਪਾਇਆ ਕਿ ਇਹ ਜਿਸ ਵੀ ਪੱਧਰ ਤੇ ਫੈਸਲਾ ਹੋਇਆ ਇਹ ਪਿੰਡ ਦੀਆਂ ਗ੍ਰਾਮ ਸਭਾ ਦੀ ਭਾਵਨਾ ਦੇ ਖਿਲਾਫ ਹੈ। ਸਾਡਾ ਪਿੰਡ ਇੱਕੋ ਪਿੰਡ ਹੈ, ਇੱਕੋ ਪੰਚਾਇਤ ਰਹਿਣੀ ਚਾਹੀਦੀ ਹੈ। ਉਹ ਮੁਕੱਦਮਾ ਵਿਰੋਧੀ ਬੰਦੇ ਜਿਨ੍ਹਾਂ ਨੇ ਬਣਵਾਈ ਸੀ ਹਾਈ ਕੋਰਟ ਤੱਕ ਗਿਆ। ਹਾਈ ਕੋਰਟ ਤੋਂ ਬਾਅਦ ਉਹਨਾਂ ਨੇ ਡਾਇਰੈਕਟਰ ਤੇ ਸੈਕਟਰੀ ਨੂੰ ਕਿਹਾ ਹਾਈ ਕੋਰਟ ਨੇ ਕਿ ਕਾਨੂੰਨ ਮੁਤਾਬਕ ਫੈਸਲਾ ਲਓ। ਮੁੜ ਕੇ ਉਹ ਰੱਦ ਹੋਇਆ ਸਾਰਾ ਪ੍ਰੋਸੈਸ ਤੇ ਮੁੜ ਕੇ ਇੱਕੋ ਪਿੰਡ ਦੇ ਵਿੱਚ ਪੰਚਾਇਤ ਹੋਣੀ ਆ। ਹੁਣ ਹਜੇ ਵੀ ਉਹ ਪਿੰਡ, ਕਿਉਂਕਿ ਕਰੋਨਾ ਚੱਲ ਪਿਆ ਔਰ ਉਹ ਕਹਿੰਦਾ ਵੀ ਸਾਡੇ ਚੋਣ ਕਰਾਓ, ਹਜੇ ਪੰਚਾਇਤ ਨਹੀਂ ਹੈ, ਚੋਣ ਨਹੀਂ ਹੋਈ ਅਜੇ ਪੰਚਾਇਤ ਦੀ ਉੱਥੇ। ਪਰ ਉਹ 6-7 ਮਹੀਨੇ ਜਿਹੜੇ ਪਹਿਲਾਂ ਚੱਲੇ ਸੀਗੇ, ਇੱਕ ਲੜਾਈ ਚੱਲੀ ਕਾਨੂੰਨੀ ਲੜਾਈ 'ਚ ਗ੍ਰਾਮ ਸਭਾ ਨੂੰ ਮਾਨਤਾ ਮਿਲੀ ਹੈ। ਉਹਨਾਂ ਕੁਝ ਬੰਦਿਆਂ ਨੂੰ ਨਹੀਂ ਮਿਲੀ ਜਿਨ੍ਹਾਂ ਨੇ ਸੈਕਟਰੀ ਲੈਵਲ ਤੇ ਡਾਇਰੈਕਟਰ ਲੈਵਲ ਤੇ 2 ਪੰਚਾਇਤਾਂ ਦਾ ਆਰਡਰ ਕਰਾ ਚੁੱਕੇ ਸੀ, ਨੋਟੀਫਿਕੇਸ਼ਨ ਹੋ ਚੁੱਕਿਆ ਸੀ, ਉਦੋਂ ਬਾਅਦ ਉਹ ਬਦਲਣਾ ਪਿਆ। ਇਸ ਕਰਕੇ ਗ੍ਰਾਮ ਸਭਾ ਦੀ ਪਹਿਲੀ ਗੱਲ ਤਾਂ ਉਹ ਤਾਕਤ ਕੀ ਹੈ ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ ਕਿ ਉਹਦੀ ਤਾਕਤ ਹੈ। ਉਹਦੇ ਨਾਲ ਦੀ ਨਾਲ ਇੱਕ ਗੱਲ ਹੋਰ ਹੈ ਕਿ ਜੇਕਰ ਉਹ ਗ੍ਰਾਮ ਸਭਾ ਬੁਲਾ ਲੈਂਦੇ ਨੇ ਲੋਕ, ਔਰ ਬਹੁਤੀ ਵਾਰ ਲੋਕਾਂ ਨੂੰ ਇੱਕ ਇਤਰਾਜ਼ ਹੈ ਜਾਂ ਕਈ ਚੰਗੇ ਸਰਪੰਚ ਵੀ ਕਹਿੰਦੇ ਨੇ ਵੀ ਅਸੀਂ ਬੁਲਾਉਂਦੇ ਹਾਂ, ਕਈ ਵਾਰ ਆਉਂਦੇ ਨਹੀਂ ਹੈ ਬੰਦੇ। ਔਰ ਮੈਨੂੰ ਇਹ ਲੱਗਦਾ ਹੁੰਦਾ ਕਿ ਉਹੋ ਜਿਹਾ ਕੋਈ ਕਾਰਨ ਨਹੀਂ ਕਿ ਤੁਸੀਂ ਬੁਲਾਉਂਦੇ ਹੋ ਆਉਂਦੇ ਨਹੀਂ। ਉਹਦਾ ਕਾਰਨ ਇਹ ਹੁੰਦਾ ਹੈ ਗ੍ਰਾਮ ਸਭਾ ਇਕੱਲੀ ਬੁਲਾ ਨਹੀਂ ਲਈ, ਜਿਹੜਾ ਤੁਸੀਂ ਨੋਟਿਸ ਦਿੰਦੇ ਹੋ ਉਹਨੂੰ 15 ਦਿਨ ਦਾ, ਉਹ 15 ਦਿਨ 'ਚ ਲੋਕਾਂ ਨੂੰ ਇਹ ਦੱਸਦੇ ਹੋ ਜਾ ਕੇ ਵੀ ਉਹ 'ਚ ਆਪਾਂ ਕਰਨਾ ਕੀ ਹੈ, ਉਹਦੇ 'ਚ ਉਹਦਾ ਏਜੰਡਾ ਕੱਢਦੇ ਹੋ। ਤੁਸੀਂ ਮੰਨ ਲਓ ਉਸ ਗ੍ਰਾਮ ਸਭਾ ਦੇ ਵਿੱਚ ਇਹ ਕਹੋ ਬੁਲਾ ਕੇ ਕਿ ਜਿਨ੍ਹਾਂ ਦੀਆਂ ਪੈਨਸ਼ਨਾਂ ਰਹਿੰਦੀਆਂ ਨੇ, ਬੁਢਾਪਾ ਪੈਨਸ਼ਨ ਹੋਵੇ, ਬੇਸਹਾਰਾ ਪੈਨਸ਼ਨ ਹੋਵੇ, ਵਿਧਵਾ ਪੈਨਸ਼ਨ, ਇਹ ਵੀ ਆਪਾਂ ਉੱਥੇ ਤੈਅ ਕਰਾਂਗੇ। ਜੇ ਤੁਸੀਂ ਇਹ ਕਹਿੰਦੇ ਹੋ ਮਨਰੇਗਾ ਦੇ ਜੌਬ ਕਾਰਡ ਵੀ ਆਪਾਂ ਉੱਥੇ ਤੈਅ ਕਰਾਂਗੇ, ਜਿਨ੍ਹਾਂ ਨੇ ਕੰਮ ਮੰਗਣਾ ਉਹਨਾਂ ਦੀ ਅਰਜ਼ੀਆਂ ਵੀ ਉੱਥੇ ਆਪਾਂ ਤੈਅ ਕਰਾਂਗੇ। ਜੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਕੱਚੇ ਘਰਾਂ ਦੀਆਂ ਗਰਾਂਟਾਂ ਨੇ ਜਿਹੜੀਆਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਚਾਹੁੰਦੇ ਨੇ, ਇਹ ਵੀ ਆਪਾਂ ਉੱਥੇ ਡਿਸਾਈਡ ਕਰਾਂਗੇ। ਜੇ ਕਹਿੰਦੇ ਹੋ ਜਿੰਨਾ ਪੈਸਾ ਪਿੰਡ ਦਾ ਪਿਆ ਇਹਦਾ ਹਿਸਾਬ ਕਿਤਾਬ ਵੀ ਕਰਾਂਗੇ ਤੇ ਅੱਗੇ ਲਾਉਣਾ ਕਿੱਥੇ ਹੈ ਉਹਦੀ ਵੀ ਪਾਲਿਸੀ ਆਪਾਂ ਤੈਅ ਕਰਾਂਗੇ। ਫਿਰ ਲੋਕ ਆਉਣਗੇ ਕਿਉਂਕਿ ਉਹਨਾਂ ਦਾ ਹਿੱਤ ਜੁੜ ਗਿਆ ਕਿ ਮੇਰਾ ਵੀ ਉਹਦੇ ਵਿੱਚ ਸ਼ਾਮਲ ਹੈ। ਜੇ ਤੁਸੀਂ ਵੈਸੇ ਹੀ ਸੱਦਦੇ ਹੋ, ਅਗਲਾ ਕਹਿੰਦਾ ਆਪਾਂ ਨੂੰ ਕਿਹਨੇ ਉੱਥੇ ਪੁੱਛਣਾ ਹੈ, ਨਾ ਆਪਣਾ ਕੋਈ ਏਜੰਡਾ ਹੈ, ਇਹ ਤਾਂ ਪੰਚਾਇਤ ਜਿਹੜੀ 34 ਬੰਦਿਆਂ ਦਾ ਕੰਮ ਹੈ, ਕਿਉਂ ਦਿਹਾੜੀ ਛੱਡੀਏ। ਬੰਦੇ ਦੀ ਦਿਹਾੜੀ ਨਹੀਂ ਛੱਡਦਾ ਨਾ, ਦਿਹਾੜੀ ਛਡਾਉਣ ਲਈ ਉਹਨੂੰ ਉੱਥੇ ਇਹ ਅਹਿਸਾਸ ਕਰਾਉਣਾ ਕਿ ਤੇਰਾ ਉੱਥੇ ਆਉਣਾ, ਤੇਰਾ ਜਿਹੜਾ ਅੰਗੂਠਾ ਉੱਥੇ ਲੱਗੂਗਾ ਉਹਦੇ 'ਚ ਤੇਰਾ ਵੀ ਭਲਾ ਹੈ, ਤੇਰੇ ਪਰਿਵਾਰ ਦੇ ਭਲੇ ਵਾਸਤੇ ਹੈ ਤੇ ਸਮੁੱਚੇ ਪਿੰਡ ਦੇ। ਫਿਰ ਆਪਣੇ ਆਪ ਆਉਣਾ ਸ਼ੁਰੂ ਕਰ ਦੇਣਗੇ। ਔਰ ਗ੍ਰਾਮ ਸਭਾਵਾਂ ਜ਼ਿਆਦਾਤਰ ਕਾਮਯਾਬ ਜਿੱਥੇ ਹੁੰਦੀਆਂ ਨੇ ਉੱਥੇ ਔਰਤਾਂ ਨਾਲ ਤੇ ਦਲਿਤਾਂ ਨਾਲ, ਖਾਸ ਤੌਰ ਤੇ ਮਨਰੇਗਾ ਵਾਲੀਆਂ ਬੀਬੀਆਂ ਜਾਂ ਬਾਕੀ ਦੇ ਲੋਕ ਜਿਹੜੇ ਛੋਟੇ ਕੰਮ ਕਰਦੇ ਨੇ ਉਹਨਾਂ ਨਾਲ ਹੁੰਦੀਆਂ ਨੇ, ਕਿਉਂਕਿ ਉਹਨਾਂ ਦਾ ਹਿੱਤ ਜੁੜਿਆ ਹੁੰਦਾ ਤੇ ਉਹ ਆਉਂਦੇ ਨੇ ਤੇ ਬੈਠਦੇ ਨੇ ਪੂਰਾ ਸਮਾਂ। ਇੱਕ ਪਿਛਲੀ ਵਾਰਤਾ ਦੌਰਾਨ ਤੁਸੀਂ ਕਿਹਾ ਸੀ ਕਿ ਜਿਹੜਾ ਸੈਕਟਰੀ ਹੈ ਇੱਕ ਦਰਜਾ 4 ਵਰਗੀ ਸ਼੍ਰੇਣੀ 'ਚ ਆਉਂਦੇ ਨੇ, ਤੇ ਦੂਜਾ ਤੁਸੀਂ ਇਹ ਕਿਹਾ ਸੀ ਕਿ ਜਿਹੜੇ ਸੈਕਟਰੀ ਨੇ ਉਹ ਆਮ ਤੌਰ ਤੇ ਕਹਿੰਦੇ ਨੇ ਵੀ ਸਰਪੰਚ ਆਈ ਮਾੜਾ ਆ, ਉਹ ਸੈਕਟਰੀ ਸਾਹਿਬ ਕਹਿੰਦਾ, ਉਹ ਸਰਪੰਚ ਕਹਿ ਕੇ ਬੁਲਾਉਂਦਾ। ਤੇ ਇਹਦਾ ਜਿੱਥੇ ਬਹੁਤੇ ਲੋਕਾਂ ਨੇ ਇਹ ਮੰਨਿਆ ਕਿ ਹਾਂ ਇਹ ਸਹੀ ਕਹਿ ਰਹੇ ਨੇ ਹਮੀਰ ਸਿੰਘ, ਮੈਂ ਕਿ ਚਲੋ ਤੁਹਾਡੇ ਨਿੱਜੀ ਦੀ ਹੁਣ ਗੱਲ ਕਰ ਰਿਹਾ, ਪਰ ਉੱਥੇ ਕੁਛ ਦਾ ਇਹ ਕਹਿਣਾ ਸੀ ਕਿ ਅਜਿਹਾ ਕੁਛ ਵੀ ਨਹੀਂ ਹੈਗਾ। ਜਿਹੜੇ ਬਾਦਲ ਸਾਹਿਬ ਨੇ ਉਹ ਵੀ ਕਦੇ ਸਰਪੰਚ ਸਨ, ਹੋਰ ਵੱਡੇ ਵੱਡੇ ਲੀਡਰ ਨੇ ਉਹ ਕਦੇ ਸਰਪੰਚ ਤੋਂ ਹੀ ਮੁੱਖ ਮੰਤਰੀ ਤੱਕ ਦੇ ਉਹਦੇ ਤੱਕ ਗਏ ਨੇ। ਤੁਸੀਂ ਕਿਵੇਂ ਇਦਾਂ ਕਹਿ ਸਕਦੇ ਸਰਪੰਚਾਂ ਦੀ ਪੁੱਛਗਿੱਛ ਹੀ ਨਹੀਂ ਜਾਂ ਪੰਚਾਇਤਾਂ ਦੀ ਪੁੱਛਗਿੱਛ ਨਹੀਂ?
ਤਾਂ ਮੈਨੂੰ ਤਾਂ ਇਹ ਲੱਗਦਾ ਕਿ ਰੋਜ਼ ਸਰਪੰਚਾਂ ਨੂੰ ਥਾਣਿਆਂ ਮੂਹਰੇ ਦੇਖਿਆ ਜਾ ਸਕਦਾ। ਕਿਸੇ ਪੰਜਾਬ ਤੋਂ ਬਾਹਰ ਕੋਈ ਬੰਦਾ ਰਹਿੰਦਾ ਹੋਵੇ ਜਿਹਦਾ ਅਸਲੀਅਤ ਨਾਲ ਕੋਈ ਵਾਸਤਾ ਨਾ ਹੋਵੇ, ਘਰੋਂ ਨਾ ਨਿਕਲਦਾ ਹੋਵੇ, ਉਹਦੀ ਇਹ ਧਾਰਨਾ ਹੋ ਸਕਦੀ ਹੈ ਕਿ ਜੀ ਸਰਪੰਚਾਂ ਦੀ ਬਹੁਤ ਪੁੱਛ-ਗਿੱਛ। ਹਾਂ, ਸਰਪੰਚਾਂ ਦੀ ਹੈ, ਜਾਂ ਉਸ ਸਰਪੰਚ ਦੀ ਇਕੱਲੀ ਪੁੱਛ ਹੈ। ਜਿਹੜੇ ਸਰਪੰਚ ਦੀ ਪੁੱਛ ਨਹੀਂ, ਉਹ ਵੀ ਸੱਤਾਧਾਰੀ ਕਿਸੇ ਲੋਕਲ ਲੀਡਰ ਦੀ ਚਮਚਾਗਿਰੀ ਕਰਕੇ ਉਹਦੇ ਨਾਲ ਜੁੜ ਕੇ ਉਹਦਾ ਹੁਕਮ ਮੰਨ ਕੇ ਜਿਹੜਾ ਸਰਪੰਚ ਚੱਲਦਾ ਹੈ ਉਹਨੂੰ ਤੁਸੀਂ ਪੁੱਛ-ਗਿੱਛ ਨਹੀਂ ਕਹਿ ਸਕਦੇ। ਉਹ ਫਿਰ ਕੀ ਕਰਦਾ ਹੈ ਕਿ ਇੱਕ ਪਾਰਟੀ ਨਾਲ ਜੁੜਿਆ ਬੰਦਾ ਹੈ, ਇੱਕ ਨਾਲ ਉਹਨੇ ਦੋਸਤੀ ਬਣਾਈ ਹੈ। ਦੋਸਤੀ ਨਹੀਂ ਮਤਲਬ ਮਤਾਹਤੀ ਹੈ, ਦੋਸਤੀ ਬਰਾਬਰਦਿਆਂ 'ਚ ਹੁੰਦੀ ਹੈ, ਕਿਸੇ ਐਮਐਲਏ ਮੰਤਰੀ ਨਾਲ ਦੋਸਤੀਆਂ ਨਹੀਂ ਹੈ। ਉਹ ਫਿਰ ਇਹ ਕਹਿੰਦਾ ਵੀ ਉੱਪਰੋਂ ਡਾਂਟ ਖਾਓ, ਚਾਹੇ ਹੇਠਾਂ ਡਾਂਟ ਮਾਰ ਦਿਓ ਗਰੀਬ ਬੰਦੇ ਤੇ। ਇਹ ਪੁੱਛ-ਗਿੱਛ ਨਹੀਂ ਹੁੰਦੀ। ਪੁੱਛ-ਗਿੱਛ ਤੁਹਾਡੀ ਆਜ਼ਾਦ ਹੈਸੀਅਤ ਹੁੰਦੀ ਹੈ। ਤੁਸੀਂ ਕਹਿੰਦੇ ਹੋ ਸਰਪੰਚ ਦੀ ਪੁੱਛ-ਗਿੱਛ, ਇੱਥੇ ਵਿਰੋਧੀ ਧਿਰ ਦੇ ਤਾਂ ਛੱਡੋ, ਸਰਕਾਰੀ ਧਿਰ ਦੇ ਐਮਐਲਏ ਰੋਜ਼ ਬੋਲਦੇ ਨੇ ਮੀਡੀਆ ਤੇ ਕਿ ਸਾਡੀ ਕੋਈ ਸੁਣਵਾਈ ਨਹੀਂ ਹੈ। ਸਰਪੰਚੀ ਤਾਂ ਦੂਰ ਦੀ ਗੱਲ ਹੈ। ਜਿਹੜੇ ਸੱਜਣ ਇਹ ਸੋਚਦੇ ਨੇ ਪੰਜਾਬ 'ਚ ਕਿ ਸਾਡੀ ਔਕਾਤ ਹੈ, ਔਰ ਜਿੰਨੇ ਬੰਦੇ ਆ ਤੁਹਾਡੇ ਅਮਰਗੜ੍ਹ ਹਲਕੇ ਦਾ ਸਰਜੀਤ ਧਮਾਨ ਕਿੰਨੇ ਵਾਰ ਬੋਲਿਆ ਕਿ ਕੋਈ ਸੁਣਵਾਈ ਨਹੀਂ ਹੈ, ਅਜੇ ਨਸ਼ਾ ਉਵੇਂ ਵਿਕ ਰਿਹਾ ਹੈ, ਸਾਰਾ ਕੁਝ ਉਵੇਂ ਵਿਕ ਰਿਹਾ ਹੈ, ਔਰ 40 ਬੰਦੇ ਦਸਤਖਤ ਕਰਕੇ ਚੀਫ ਮਿਨਿਸਟਰ ਨੂੰ ਦੇਖ ਚੁੱਕੇ ਨੇ ਕਿ ਇੱਥੇ ਸਾਡੀ ਸਰਕਾਰ ਹੈ ਨਹੀਂ। ਪ੍ਰਧਾਨ ਕਾਂਗਰਸ ਪਾਰਟੀ ਦਾ ਸੁਨੀਲ ਜਾਖੜੇ ਕਹਿ ਚੁੱਕਿਆ ਬਿਊਰੋਕਰੇਟਿਕ ਰਾਜ ਹੈ, ਲੋਕਾਂ ਦੀ ਸੁਣੀ ਨਹੀਂ ਜਾ ਰਹੀ। ਹੋਰ ਕਿਤੋਂ ਮੰਗਦੇ ਹੋ ਲਾਇਸੈਂਸ ਵੀ ਕੌਣ ਕਹੇ ਕਿ ਜੀ ਇੱਥੇ ਸੁਣੀ ਜਾ ਰਹੀ ਹੈ? ਸਰਪੰਚ ਦੀ ਕੀ ਔਕਾਤ ਹੈ ਵਿਚਾਰੇ ਦੀ? ਹਾਂ, ਜਿਹੜੀ ਗੱਲ ਲੋਕ ਇਹ ਕਹਿ ਰਹੇ ਨੇ ਕਿ ਸਰਪੰਚਾਂ ਤੋਂ ਉੱਠ ਕੇ ਬੰਦੇ ਚੁਣੇ ਜਾਂਦੇ ਰਹੇ ਫਲਾਨਾ, ਔਰ ਮੈਨੂੰ ਲੱਗਦਾ ਕਿ ਅਸੀਂ ਸ਼ਾਇਦ ਸੁਪਨਾ ਲੈ ਰਹੇ ਹਾਂ। 25-30 ਸਾਲ ਪੁਰਾਣਾ ਕੋਈ ਬੰਦਾ ਹੋਵੇ ਜਿਹਨੇ 30 ਸਾਲ ਦਾ ਅਗਲਾ ਪ੍ਰੋਸੈਸ ਦੇਖਿਆ ਹੀ ਨਾ ਹੋਵੇ, ਉਹਦੇ ਦਿਮਾਗ 'ਚ ਹੋ ਸਕਦਾ ਸਰਪੰਚੀ 'ਚੋਂ ਉਸ ਜ਼ਮਾਨੇ ਤੱਕ, ਜਦੋਂ ਤੱਕ ਪੰਜਾਬ 'ਚ ਮਿਲੀਟੈਂਸੀ ਦਾ ਦੌਰ ਸੀ, ਮਿਲੀਟੈਂਸੀ ਦੇ ਦੌਰ ਤੋਂ ਪਹਿਲਾਂ, ਖੜਕੂਬਾਦ ਦੇ ਦੌਰ ਤੋਂ ਪਹਿਲਾਂ, ਬਹੁਤ ਸਾਰੇ ਲੀਡਰ ਇਹਨਾਂ ਪੋਲੀਟੀਕਲ ਪਾਰਟੀਆਂ 'ਚ ਅਸੈਂਬਲੀਆਂ ਦੇ ਵਿੱਚ ਵੀ, ਪਾਰਲੀਮੈਂਟ ਦੇ ਵਿੱਚ ਵੀ, ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਵਿਦਿਆਰਥੀ ਮੂਵਮੈਂਟਾਂ 'ਚੋਂ ਆਉਂਦੇ ਰਹੇ ਨੇ। ਇਹ 'ਚ ਕੋਈ ਦੋ ਰਾਹ ਨਹੀਂ। ਪਰ 1984 ਤੋਂ ਬਾਅਦ ਉਹਨਾਂ ਸੱਜਣਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਾਲਜਾਂ ਯੂਨੀਵਰਸਿਟੀਆਂ 'ਚ ਚੋਣਾਂ ਬੰਦ ਨੇ, ਔਰ ਖੜਕੂਬਾਦ ਲੱਗਿਆ ਹੋਇਆ ਉਹਨਾਂ ਵਾਸਤੇ ਤਾਂ ਹਜੇ ਤੱਕ। ਬਾਕੀ ਚੋਣਾਂ ਹੋ ਰਹੀਆਂ ਨੇ ਤੇ ਇੱਥੇ, ਔਰ ਹੁਣ ਜਿਹੜੇ ਬੱਚੇ ਕਾਲਜਾਂ ਯੂਨੀਵਰਸਿਟੀਆਂ 'ਚ ਆ ਰਹੇ ਨੇ ਉਦੋਂ ਬਾਅਦ ਜੰਮੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਦੇ ਇੱਥੇ ਚੋਣਾਂ ਹੁੰਦੀਆਂ ਸੀ, ਉਹਦੇ ਨਾਲ ਲੀਡਰ ਬਣਦੇ ਸੀ, ਉਹ ਲੀਡਰ ਅੱਗੇ ਜਾ ਸਕਦੇ ਹੁੰਦੇ ਸੀ, ਉਹ ਬੰਦ ਹੋ ਗਿਆ। ਉਦੋਂ ਬਾਅਦ ਸਿਆਸਤ 'ਚ ਪਰਿਵਾਰਵਾਦ ਆ ਗਿਆ, ਲੀਡਰਾਂ ਦੇ ਮੁੰਡੇ ਲੀਡਰ, ਲੀਡਰਾਂ ਦੇ ਮੁੰਡੇ ਲੀਡਰ ਅੱਗੇ ਤੋਂ ਅੱਗੇ ਜਾਣ ਲੱਗ ਗਏ। ਔਰ ਕਿੰਨੀਆਂ ਜ਼ਿਲ੍ਹਾ ਪ੍ਰੀਸ਼ਦਾਂ ਨੇ ਜਿਹੜੀਆਂ ਪਿੰਡਾਂ 'ਚੋਂ ਚੁਣਿਆ ਜਾਂਦਾ, ਕਿੰਨੇ ਲੀਡਰਾਂ ਦੇ ਮੁੰਡੇ, ਬੱਚੇ ਜਾਂ ਰਿਸ਼ਤੇਦਾਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੇ, ਕਦੇ ਵੀ ਦੇਖਣ ਦੀ ਲੋੜ ਹੈ। ਇਸ ਕਰਕੇ ਉਦੋਂ ਬਾਅਦ 90ਵਿਆਂ ਤੋਂ ਬਾਅਦ ਕੋਈ ਸਰਪੰਚੀ ਲੜ ਕੇ ਐਮਐਲਏ, ਐਕਸੈਪਸ਼ਨ ਕਿਸੇ ਵੀ ਕੇਸ 'ਚ ਹੋ ਸਕਦੀ ਹੈ, ਇੱਕ ਅੱਧਾ ਕਿਤੇ ਵੀ ਕੋਈ ਤੁਸੀਂ ਕੱਢ, ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਨਤੀਜਾ ਆਇਆ ਜੀ ਇੱਕ ਰਿਕਸ਼ੇ ਵਾਲੇ ਦੀ ਜਿਹੜੇ ਬੱਚਾ ਹੈ ਉਹ ਜੱਜ ਬਣ ਗਿਆ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਨਹੀਂ ਫਿਰ ਕਿ ਸਾਰੇ ਰਿਕਸ਼ੇ ਵਾਲਿਆਂ ਦੇ ਬੱਚੇ ਜੱਜ ਬਣ। ਅਸੀਂ ਇੱਕ ਲਾਈਨ ਬਦਲ ਲੈਂਦੇ ਹਾਂ, ਲਾਈਨ ਇਹ ਬਦਲ ਲੈਂਦੇ ਵੀ ਬਾਕੀ ਨਲਾਇਕ ਨੇ, ਜੇ ਉਹ ਵੀ ਚਾਹਣ ਤਾਂ ਉਹ ਵੀ ਬਣ ਸਕਦੇ ਨੇ, ਇਸ ਲਈ ਉਹਨਾਂ ਦੇ ਲਾਇਕ ਨਹੀਂ। ਜਿਹੜੇ ਸਮਾਜ ਦੀ ਕਮਜ਼ੋਰੀ ਆ ਕਿ ਉਹਨੂੰ ਹੇਠਾਂ ਰੱਖਿਆ, ਉਹਨਾਂ ਨੂੰ ਤੁਸੀਂ ਪੜ੍ਹਾਈ ਦਾ ਮੌਕਾ ਬਰਾਬਰ ਨਹੀਂ ਦੇ ਰਹੇ, ਉਹਦੇ ਤੋਂ ਅੱਖਾਂ ਫੇਰ ਲੈਂਦੇ ਆ। ਇਸੇ ਤਰ੍ਹਾਂ ਜਿਹੜੀਆਂ ਜ਼ਿਆਦਤੀਆਂ ਹੋ ਰਹੀਆਂ ਨੇ ਆਮ ਲੋਕਾਂ ਨਾਲ, ਆਮ ਲੋਕਾਂ 'ਚੋਂ ਆਗੂ ਪੈਦਾ ਹੋਣੇ ਬੰਦ ਹੋ ਗਏ ਨੇ। ਜਿਹੜਾ ਸਭ ਤੋਂ ਮੇਜਰ ਸਵਾਲ ਹੈ ਪੰਜਾਬ ਦਾ, ਤੁਸੀਂ ਉਹ ਤੋਂ ਅੱਖਾਂ ਬੰਦ ਕਰਨਾ ਚਾਹੁੰਦੇ ਹੋ। ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲੇ, ਜਾਨ ਨਹੀਂ ਬਚਦੀ। ਪੰਜਾਬੀਆਂ ਜੇ ਐਂ ਅੱਖਾਂ ਮੀਚਣਗੇ ਇਹਨਾਂ ਗੱਲਾਂ ਦੇ ਨਾਲ ਵੀ ਸਾਡੀ ਜਾਨ ਬਚ ਜੂਗੀ। ਪੰਜਾਬ 'ਚੋਂ ਤਾਂ ਭੱਜ ਰਹੇ ਨੇ ਸਾਰੇ ਮਿਡਲ ਕਲਾਸ ਦੇ ਬੰਦੇ। ਅੱਜ ਤੁਸੀਂ ਫੈਸਲਾ ਕਰ ਦਿਓ, ਲੱਖਾਂ ਰੁਪਇਆ ਲਾ ਰਹੇ ਨੇ, ਕਰਜ਼ਾ ਚੱਕ ਰਹੇ ਨੇ ਕਿ ਮੇਰਾ ਬੱਚਾ ਬਾਹਰ ਚਲਾ ਜਾਏ ਆਈਲੈਟਸ ਦੇ ਨਾਂ 'ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਆਈਲੈਟਸ ਕਰਕੇ ਉਹ ਪੜ੍ਹਨ ਥੋੜ੍ਹੀ ਜਾ ਰਹੇ ਨੇ, ਉੱਥੇ ਦਿਹਾੜੀ ਕਰਨ ਜਾ ਰਹੇ ਨੇ, ਉੱਥੇ ਕੋਈ ਉੱਚ ਵਿੱਦਿਆ ਪੜ੍ਹ ਕੇ ਕੋਈ ਅਫਸਰ ਲੱਗ ਰਹੇ ਨੇ, ਵੱਧ ਤੋਂ ਵੱਧ ਕੋਈ ਡਰਾਈਵਰ ਬਣ ਰਿਹਾ, ਗੋਰੇ ਡਰਾਈਵਿੰਗ ਨਹੀਂ ਕਰਨਾ ਚਾਹੁੰਦੇ ਤੇ ਤੁਹਾਨੂੰ ਉਹ ਕੰਮ ਮਿਲ ਰਿਹਾ। ਔਰ ਖੇਤੀ ਗੋਰੇ ਛੱਡ ਕੇ 2% ਤੋਂ ਵੱਧ, 2 ਤੋਂ ਵੀ ਘੱਟ ਹੈ ਅਮਰੀਕਾ ਦੇ ਵਿੱਚ ਖੇਤੀ 'ਚ ਰਹਿ ਗਏ ਬੰਦੇ। ਸਾਰੇ ਯੂਰਪ 'ਚ, ਸਾਰੇ ਵਿਕਸਿਤ ਵਰਲਡ 'ਚ, ਦੁਨੀਆ ਦੇ ਵਿੱਚ 5% ਤੋਂ ਵੱਧ ਖੇਤੀ 'ਚ ਬੰਦੇ ਨਹੀਂ ਹੈ। ਖੇਤੀ ਸਾਡੇ ਵਾਲੇ ਲੇਬਰੇ ਕਰਦੀ ਹੈ ਜਾ ਕੇ। ਇਸੇ ਤਰ੍ਹਾਂ ਜਿਵੇਂ ਜਿਹੜੇ ਬਿਹਾਰ ਤੋਂ ਬੰਦੇ ਸਾਡੇ ਆਉਂਦੇ ਨੇ, ਸਾਡੇ ਵਾਲੀ ਲੇਬਰ ਉਸ ਰੇਟ ਤੇ ਕੰਮ ਨਹੀਂ ਕਰਨ ਲਈ, ਜਿਹੜਾ ਨਹੀਂ ਚਾਹੁੰਦੇ, ਉਦੋਂ ਜ਼ਿਆਦਾ ਪੈਸੇ ਦੀ ਚਾਹੁੰਦੀ ਹੈ ਕਿ ਸਾਡਾ ਸਟੈਂਡਰਡ ਥੋੜ੍ਹਾ ਜ਼ਿਆਦਾ ਹੈ। ਬਿਹਾਰੀ ਉਹ ਕੰਮ ਕਰਦਾ, ਸਾਡੇ ਵਾਲੇ ਪੰਜਾਬੀ ਬੱਚੇ ਜਿਹੜੇ ਜਾ ਕੇ ਉਹ ਕੰਮ ਕਰਦੇ ਨੇ ਜਿਹੜੇ ਗੋਰੇ ਨਹੀਂ ਕਰਨਾ ਚਾਹੁੰਦੇ, ਕਿਉਂਕਿ ਉਹ ਛੱਡ ਚੁੱਕੇ ਨੇ ਵੀ ਇਹਦੇ 'ਚ ਦਿਹਾੜੀ ਘੱਟ ਹੈ ਜਾਂ ਇਹ ਕੰਮ ਉਸ ਲੈਵਲ 'ਤੇ ਨਹੀਂ ਹੈ। ਇੱਕ ਚਲਦੇ ਚਲਦੇ ਪੁੱਛਣੇ ਚਾਹਾਂਗੇ ਜੀ, ਜਿਸ ਤਰ੍ਹਾਂ ਸਰਪੰਚ ਨੇ ਗ੍ਰਾਮ ਸਭਾ ਬੁਲਾ ਲਈ, ਇੱਕ ਫਾਰਮੈਲਿਟੀ, ਇੱਕ ਕਾਗਜ਼ਾਂ ਦੇ ਵਿੱਚ ਖਾਨਾਪੂਰਤੀ ਕਰ ਦਿੱਤੀ ਗਈ, ਪਿੰਡ ਦੇ ਪਰ ਨਿਰਾਸ਼ ਨੇ, ਨਾਰਾਜ਼ ਤੇ ਨਿਰਾਸ਼ ਨੇ ਉਹ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਉਸ ਦਾ। ਜਿਸ ਤਰ੍ਹਾਂ ਤੁਸੀਂ ਪਿਛਲੀ ਵੀਡੀਓ ਦੌਰਾਨ ਕਿਹਾ ਕਿ ਬਹੁ ਗਿਣਤੀ ਜਿਹੜੀ ਉਹਦੇ 'ਚ ਮਤੇ ਐਵੇਂ ਜਾਲੀ ਪੈਂਦੇ ਨੇ,
ਫਿਰ ਵੀ ਗ੍ਰਾਮ ਸਭਾ ਬੁਲਾਈ ਜਾ ਸਕਦੀ ਜੇ ਲੋਕਾਂ ਨੂੰ ਸ਼ੱਕ ਲੱਗਦਾ ਹੈ। ਹਾਂ ਬਿਲਕੁਲ, ਲੋਕ ਕਹਿਣ ਕਿ ਸਾਡੇ ਤਾਂ ਗ੍ਰਾਮ ਸਭਾ ਹੋਈ ਨਹੀਂ, 20% ਲਿਖ ਕੇ ਦੇਣ ਫਿਰ ਵੀ ਬੁਲਾਈ ਜਾ ਸਕਦੀ ਹੈ। ਉਹ ਕਿਸ ਨੂੰ ਲਿਖ ਕੇ ਦੇਣਗੇ? ਉਹ ਬੀਡੀਪੀਓ ਨੂੰ ਦੇਣਗੇ। ਬੀਡੀਪੀਓ ਜਿਹੜਾ ਹੈ ਸਾਰੇ ਆਪਸ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਢਾਂਚਾ ਜੁੜਿਆ ਹੋਇਆ ਨਾ ਜੁੜਿਆ ਰਹੇ ਚ ਬੀਡੀਪੀਓ ਨੂੰ ਬੁਲਾਉਣੀ ਹੀ ਪਏਗੀ, ਕਾਨੂੰਨ 'ਚ ਉਹਦੇ ਕੋਲ ਕੋਈ ਆਪਸ਼ਨ ਨਹੀਂ ਨਾਮ ਬੁਲਾਉਣ ਦੀ। ਹਾਂ ਗੱਲ ਕੇਵਲ ਇੱਕ ਜ਼ਰੂਰ ਹੈ, ਉਹਦੇ 'ਚ ਜਦੋਂ ਤੁਸੀਂ ਲਿਖ ਕੇ ਦਿੱਤਾ 20% ਵੋਟਰਾਂ ਨੇ, ਉਹਦੀ ਰਸੀਟ ਲੈ ਲਓ ਕਿ ਅਸੀਂ ਇੰਨੇ ਵਜੇ ਤਰੀਕ ਨੂੰ ਅਰਜੀ ਦੇ ਚੁੱਕੇ ਹਾਂ। ਨਹੀਂ ਜ਼ਬਾਨੀ ਕਲਾਮੀ ਫਿਰ ਬੰਦਾ ਕੱਲ੍ਹ ਨੂੰ ਅਦਾਲਤ 'ਚ ਕੋਈ ਕੇਸ ਜਾਂਦਾ, ਉਹ ਕਹਿੰਦਾ ਜੀ ਮੇਰੇ ਕੋਲ ਤਾਂ ਅਰਜੀ ਉਹ ਨਹੀਂ ਆਈ, ਉਹ ਰੱਦੀ ਦੀ ਟੋਕਰੀ ਛੱਡ ਦੇ। ਔਰ ਇਸੇ ਕਰਕੇ ਮੈਂ ਕਹਿੰਦਾ ਬਾਰ-ਬਾਰ ਆ ਹੁਣੇ ਮੈਂ ਜੇ ਤੁਹਾਨੂੰ ਆਖਰ ਜਿਹੜੀ ਲੇਟੈਸਟ ਉਦਾਹਰਨ ਦਿਆਂ, ਆ ਜਿਹੜੇ ਪਿੰਡਾਂ ਦੀ ਲੁਧਿਆਣੇ ਦੇ ਨੇੜੇ ਜ਼ਮੀਨ ਅਕਵਾਇਰ ਹੋ ਰਹੀ ਆ, ਸ਼ਾਮਲਾਟ ਅਕਵਾਇਰ, ਸੇਖੇ ਵਾਲੇ ਪਿੰਡ ਦੀ ਸਾਰੀ 407 ਏਕੜ ਬੜਾ ਵੱਡਾ ਮੁੱਦਾ ਮੱਤੇਵਾੜੇ ਦੇ ਜੰਗਲ ਕਰਕੇ ਹੋ ਰਿਹਾ, ਪਰ ਉਹ ਸੇਖੇ ਵਾਲਾ ਪਿੰਡ ਦਾ ਜਿਹੜਾ ਦਲਿਤ ਪਿੰਡ ਹੈ 100%। ਹੁਣ ਉਹਨਾਂ ਨੇ 21 ਤਰੀਕ ਨੂੰ ਗ੍ਰਾਮ ਸਭਾ ਬੁਲਾਈ ਹੋਈ ਹੈ, ਔਰ ਨਹੀਂ ਅਧਿਕਾਰੀ ਕਈ ਵਾਰ ਫੜਦੇ, ਉਹਨਾਂ ਨੇ ਰਜਿਸਟਰੀ ਕਰਾਤੀ ਹੈ। ਠੀਕ ਹੈ ਕਿ ਬੀਡੀਪੀਓ ਨੂੰ ਸਰਪੰਚ ਨੇ ਮਤਾ ਪਾ ਕੇ ਕਿ ਵੀ ਇਸ ਤਰੀਕ ਨੂੰ ਗ੍ਰਾਮ ਸਭਾ ਬੁਲਾਈ ਹੈ, ਸੰਬੰਧਿਤ ਅਧਿਕਾਰੀਆਂ ਨੂੰ ਉੱਥੇ ਸ਼ਾਮਲ ਹੋਣ ਦੀ ਹਦਾਇਤ ਕੀਤੀ ਜਾਵੇ। ਜੀ ਜਾਨੀ ਉਹਨਾਂ ਨੇ ਚਿੱਠੀ ਪੱਤਰ ਨਹੀਂ ਉਹਨਾਂ ਨੂੰ ਸੂਚਿਤ ਪੱਤਰ ਰਾਹੀਂ ਕਿ ਬਈ ਅਸੀਂ ਨਹੀਂ, ਤੁਹਾਡੇ ਉਹਦੇ ਕੋਲ ਰਸੀਦ ਹੈ, ਕੱਲ ਨੂੰ ਜਦੋਂ ਵੀ ਦਫ਼ਤਰ ਖੁੱਲੂਗਾ ਰਜਿਸਟਰੀ ਦਫ਼ਤਰ 'ਚ ਜਾਣੀ ਹੈ। ਜੇ ਨਹੀਂ ਖੁੱਲਦਾ ਤਾਂ ਜ਼ਿੰਮੇਵਾਰੀ ਦਫ਼ਤਰ ਦੀ ਹੈ। ਤੁਹਾਡੇ ਕੋਲ ਇੱਕ ਰਿਕਾਰਡ ਆ ਗਿਆ, ਕੱਲ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਤੁਹਾਡੇ ਕੋਲ ਰਿਕਾਰਡ ਨਹੀਂ ਹੈ। ਇੱਕ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਗੱਲਬਾਤ ਦੇ ਵਿੱਚੋਂ ਇੱਕ ਹੋਰ ਬੜੀ ਵਧੀਆ ਗੱਲਬਾਤ ਨਿਕਲ ਰਹੀ ਹੈ ਕਿ ਜਿਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ, ਕਈ ਵਾਰੀ ਉਹ ਕੋਈ ਐਪਲੀਕੇਸ਼ਨ ਦੇ ਆਉਂਦੇ ਨੇ, ਚਾਹੇ ਬੀਡੀਪੀਓ ਸਾਹਿਬ ਦੇ ਦਫ਼ਤਰ ਦੇਣ, ਚਾਹੇ ਕਿਸੇ ਵੀ ਅਧਿਕਾਰੀ ਜਾਂ ਕੋਈ ਵੀ ਆਪਣਾ ਸਰਸਰੀ ਕੰਮ ਕਾਜੇ, ਪਰ ਉੱਥੇ ਕੀ ਹੁੰਦਾ ਬਾਅਦ 'ਚੋਂ ਕਹਿੰਦੇ ਨੇ ਰੱਦੀ ਦੀ ਟੋਕਰੀ ਸੁੱਟਤੀ, ਮਤਲਬ ਉਹ ਅਧਿਕਾਰੀ ਮੁੱਕਰ ਜਾਂਦੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ। ਤਾਂ ਇਹਦੇ ਵਾਸਤੇ ਇੱਕ ਸਭ ਤੋਂ ਵਧੀਆ ਤਰੀਕਾ ਹੈ ਕਿ ਜਿਹੜੀ ਆਪਾਂ ਐਪਲੀਕੇਸ਼ਨ ਦੇਣੀ ਹੈ, ਅਰਜੀ ਦੇਣੀ ਹੈ, ਉਹ ਰਜਿਸਟਰਡ ਕਰਵਾ ਕੇ ਰਜਿਸਟਰਡ ਡਾਕ ਰਾਹੀਂ ਆਪਾਂ ਉਸ ਦਫ਼ਤਰ ਦੇ ਵਿੱਚ ਪਹੁੰਚਦੀ ਕਰਨੀ ਹੈ, ਤੇ ਆਪਾਂ ਨੂੰ ਇੱਕ ਰਸੀਦ ਮਿਲ ਜੇਗੀ ਡਾਕਖਾਨੇ ਤੋਂ। ਇਦਾਂ ਹੀ ਹੈ ਸਰ? ਬਿਲਕੁਲ। ਉਹ ਆਪਾਂ ਸਬੂਤ ਦੇ ਤੌਰ ਤੇ ਵਰਤ ਸਕਦੇ ਹਾਂ। ਪਹਿਲਾਂ ਆਪ ਜਾ ਸਕਦਾ ਬੰਦਾ, ਜੇਕਰ ਕੋਈ ਉਹਨੂੰ ਐਕਨੋਲਜਮੈਂਟ ਕਹਿੰਦੇ ਨੇ ਦਿੰਦਾ, ਉੱਥੇ ਦਸਤਖਤ ਕਰਕੇ ਕਿ ਇੰਨੇ ਤਰੀਕ ਨੂੰ ਤੇਰੀ ਅਰਜੀ ਮੇਰੇ ਕੋਲ ਆ ਗਈ, ਤਾਂ ਠੀਕ ਹੈ। ਜੇ ਨਹੀਂ ਦਿੰਦਾ ਤਾਂ ਉਹਨੂੰ ਫੜਾ ਕੇ ਨਾ ਉਹਨੂੰ ਕਹੇ ਵੀ ਕੋਈ ਨਹੀਂ, ਫਿਰ ਮੇਰੇ ਕੋਲ ਭੇਜਣ ਦਾ ਤਰੀਕਾ ਹੈਗਾ, ਤੇ ਮੇਲ ਕਰ ਦੋ। ਜੇ ਕੋਈ ਮੇਲ ਕਰ ਸਕਦਾ, ਮੇਲ ਦਾ ਵੀ ਰਿਕਾਰਡ ਰਹਿੰਦਾ, ਕਿਉਂਕਿ ਅੱਜ ਕੱਲ੍ਹ ਤਾਂ ਸਰਕਾਰ ਕਹਿੰਦੀ ਹੈ ਸਾਰਾ ਆਨਲਾਈਨ ਹੋਣਾ, ਤੇ ਮੇਲ ਵੀ ਰਿਕਾਰਡ ਹੈ। ਨਾਲ SMS ਵੀ ਕਰ ਦੋ ਜੇ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ, ਉਹਦਾ ਵੀ ਰਿਕਾਰਡ ਨਾਲ ਡਾਕ ਰਾਹੀਂ ਭੇਜ ਦੋ। ਮਤਲਬ ਇੱਕ ਗਾਰੰਟੀ ਹੈ। ਖਾਸ ਤੌਰ ਤੇ ਜਿਵੇਂ ਮੈਂ ਇੱਕ ਗੱਲ ਕਰਾਂ, ਪੇਂਡੂ ਲੋਕਾਂ ਦੀ ਮਨਰੇਗਾ ਮਨਰੇਗਾ ਦੀ ਜਿਹੜੀ ਕੰਮ ਕਿਉਂ ਨਹੀਂ ਮਿਲਦਾ ਜਾਂ ਲੋਕਾਂ ਨੂੰ ਪੈਸੇ ਕਿਉਂ ਨਹੀਂ ਮਿਲਦੇ ਸਮੇਂ ਸਿਰ, ਜੇਕਰ ਕੰਮ ਵੀ ਲੈ ਲਿਆ, ਉਹਦੀ ਵਜ੍ਹਾ ਇਹ ਹੈ ਕਿ ਇੱਥੇ ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਨੇ। ਮਨਰੇਗਾ ਸਕੀਮ ਨਹੀਂ ਹੈ, ਕਾਨੂੰਨ ਹੈ, ਬੁਨਿਆਦੀ ਹੱਕ ਹੈ ਉਹਨਾਂ ਬੰਦਿਆਂ ਨੂੰ ਰੁਜ਼ਗਾਰ ਲੈਣ ਦਾ। 5 ਏਕੜ ਤੱਕ ਕਿਸਾਨਾਂ ਲਈ ਵੀ ਆਪਦੇ ਖੇਤ 'ਚ ਕੰਮ ਕਰਕੇ, ਤੇ ਬਾਕੀ ਲੇਬਰ ਲਈ ਵੀ। ਪੰਜਾਬ 'ਚ ਇੱਕ ਵੀ ਜਗ੍ਹਾ ਆਪਦੇ ਖੇਤ 'ਚ ਕੰਮ ਕਰਕੇ ਅਜੇ ਦਿਹਾੜੀ ਨਹੀਂ ਮਿਲ ਰਹੀ। ਇਹ ਵੀ ਲੋਕਾਂ ਦੀ ਸੋਝੀ ਦਾ ਸਵਾਲ ਹੈ, ਜੇ ਅਸੀਂ ਉਸ ਪਾਸੇ ਵੱਲ ਪਏ ਹੀ ਨਹੀਂ ਹੈ। ਉਹਦੇ 'ਚ ਕੀ ਹੁੰਦਾ ਹੁਣ, ਉਹਦੇ 'ਚ ਇਹ ਹੈ ਕਿ ਇਹ ਅਰਜੀ ਦੇ ਕੇ ਕੰਮ ਮੰਗਣਾ ਪੈਂਦਾ ਹੈ। ਬਾਕੀ ਜਿੰਨੀਆਂ ਸਕੀਮਾਂ ਨੇ ਉਹ ਸਪਲਾਈ ਡਰਿਵਨ ਨੇ। ਉਹ ਜੇ ਗੌਰਮੈਂਟਾਂ ਕੋਲ ਪੈਸਾ ਆਏ, ਮੰਨ ਲਓ ਤੁਹਾਡਾ ਕੱਚੇ ਘਰ ਦਾ ਜਾਂ ਜੋ ਵੀ ਪੈਨਸ਼ਨ ਹੈ, ਜੇ ਪੈਸਾ ਹੈਗਾ ਤਾਂ ਤੁਹਾਨੂੰ ਆ ਜਾਊਗਾ, ਨਹੀਂ ਤਾਂ ਕੋਈ ਲੋੜ ਨਹੀਂ। ਮਨਰੇਗਾ ਇੱਕ ਐਸੀ ਚੀਜ਼ ਹੈ ਜਿਹੜੀ ਬਿਲਕੁਲ ਉਲਟ, ਜਦ ਕਿਸੇ ਨੂੰ ਕੰਮ ਚਾਹੀਦਾ ਉਹ ਉਦੋਂ ਅਰਜੀ ਦੇ ਸਕਦਾ। ਜ਼ਰੂਰੀ ਨਹੀਂ ਉਹ ਸੀਜ਼ਨ 'ਚ ਦੇਵੇ, ਸੀਜ਼ਨ 'ਚ ਹੋਰ ਕੰਮ ਕਰੇ, ਜਦ ਉਹ ਵਿਹਲਾ ਉਦੋਂ ਅਰਜੀ ਦੇਵੇ ਕਿ ਮੈਨੂੰ ਆਹ 100 ਦਿਨ ਦਾ ਕੰਮ, 50 ਦਿਨ ਦਾ ਕੰਮ, ਪਹਿਲਾਂ 15 ਦਿਨ ਤੋਂ ਘੱਟ ਮੰਗਿਆ ਨਹੀਂ ਜਾ ਸਕਦਾ, ਉਸ ਤੋਂ ਬਾਅਦ ਜਿੰਨਾ ਮਰਜ਼ੀ ਮੰਗ ਲੈਂਦਾ 100 ਦਿਨ ਤੱਕ। ਉਹ ਅਰਜੀ ਦੇਣੀ ਹੈ, ਉਹ ਅਰਜੀ ਦੀ ਵੀ ਰਸੀਦ ਲੈਣੀ ਹੈ ਕਿ ਮੈਂ ਤੈਨੂੰ ਅਰਜੀ ਦੇਤੀ। ਇਹ ਅਰਜੀ ਜਿਹੜੀ ਹੈ ਬੀਡੀਪੀਓ ਆਫਿਸ ਦੇ, ਬੀਡੀਪੀਓ 50% ਪੰਚਾਇਤ ਦੇ ਸਰਪੰਚ ਨੂੰ ਦੇਣੀ ਹੈ, 50% ਕੰਮ ਪੰਚਾਇਤ ਦੇ ਥਰੂ ਹੁੰਦੇ ਨੇ, ਤੇ ਬਾਕੀ ਕੰਮ ਉੱਪਰ ਬੀਡੀਪੀਓ ਥਰੂ ਹੁੰਦੇ ਨੇ। ਪੰਚਾਇਤ ਤੋਂ ਹੀ ਰਸੀਟ ਲੈ ਲਓ, ਸਰਪੰਚ ਤੋਂ ਜਾਂ ਸੈਕਟਰੀ ਤੋਂ, ਜਿਹੜਾ ਵੀ ਦਿੰਦਾ ਕਿ ਤੈਨੂੰ ਅਰਜੀ ਦਿੱਤੀ ਜਾ ਚੁੱਕੀ ਹੈ ਕੰਮ ਦੀ। ਇੱਕ ਬੰਦਾ ਵੀ ਦੇ ਸਕਦਾ, 100 ਬੰਦਾ ਇਕੱਠਾ ਹੋ ਕੇ ਵੀ ਇੱਕੋ ਅਰਜੀ ਤੇ ਦੇ ਸਕਦਾ, ਕੋਈ ਐਂ ਜ਼ਰੂਰੀ ਬੰਦਸ ਨਹੀਂ ਹੈ। ਉਦੋਂ ਬਾਅਦ ਤੁਹਾਡੇ ਕੋਲ ਇੱਕ ਸਬੂਤ ਹੈ, ਔਰ ਉਹ ਸਬੂਤ ਦੇ ਨਾਲ ਫਿਰ ਕੀ ਫਰਕ ਪੈਂਦਾ ਕਿ ਜਦੋਂ ਤੁਸੀਂ ਕੰਮ ਮੰਗਿਆ, ਜੇ ਉਸ ਦਿਨ ਤੇ ਤੁਹਾਨੂੰ ਕੰਮ ਨਹੀਂ ਮਿਲਦਾ ਤਾਂ ਤੁਸੀਂ ਬੇਰੁਜ਼ਗਾਰੀ ਭੱਤੇ ਦੇ ਹੱਕਦਾਰ ਹੋ ਜਾਂਦੇ ਹੋ ਜੀ। ਕੇਵਲ ਇਹ ਇੱਕ ਕਾਨੂੰਨ ਹੈ ਜਿਹਦੇ ਤਹਿਤ ਪਹਿਲੇ ਜਿਹੜੇ 25% ਜਿਹੜਾ ਦਿਨ ਹੁੰਦੇ ਨੇ, ਉਹਦੇ ਚੌਥਾ ਹਿੱਸਾ ਦਿਹਾੜੀ ਦਾ ਬਿਨਾਂ ਕੰਮ ਕਰੇ, ਤੇ ਬਾਕੀ ਦੇ ਜਿਹੜੇ ਦਿਨ ਨੇ ਉਹ ਅੱਧੀ ਦਿਹਾੜੀ। ਜਿਹੜਾ ਮਤਲਬ ਤੁਹਾਨੂੰ ਬੇਰੁਜ਼ਗਾਰੀ ਭੱਤਾ ਜਿਹੜਾ ਮਿਲਦਾ ਹੈ, ਇਸੇ ਇੱਕ ਕਾਨੂੰਨ 'ਚ ਮਿਲਦਾ ਹੈ, ਜਿਹ 'ਚ ਪਹਿਲਾਂ ਚੌਥਾ ਹਿੱਸਾ 1 ਮਹੀਨੇ ਵਾਸਤੇ, ਬਾਕੀ ਦੇ ਦਿਨ ਜਿਹੜੇ ਬਚਦੇ ਨੇ ਉਹਦੀ ਅੱਧੀ ਦਿਹਾੜੀ ਜੇ ਉਹ ਕੰਮ ਨਹੀਂ ਕਰ ਸਕੇ। ਔਰ ਜਦੋਂ ਤੁਸੀਂ ਇਹ ਕੰਮ ਲਿਆ, ਫਿਰ ਜਿੱਦਣ ਤੁਹਾਨੂੰ ਕੰਮ ਦੇਣ ਦੀ ਗੱਲ ਕੀਤੀ ਹੈ, ਹੁਣ ਕਿਵੇਂ ਕਰਦੇ ਨੇ ਲੋਕ,
ਹੁਣ ਕਰਦੇ ਨੇ ਕਿ ਜਿੱਦਣ ਪੰਚਾਇਤ ਕਹਿੰਦੀ ਹੈ ਜਾਂ ਕੋਈ ਅਫਸਰ ਕਹਿੰਦਾ ਆ ਜਾਓ ਵੀ ਅੱਜ ਤੁਹਾਨੂੰ ਮਨਰੇਗਾ ਚਲਾਉਣਾ ਹੈ, ਅੱਜ ਉੱਥੇ ਆ ਜਾਓ। ਇਹ ਤਰੀਕਾ ਗਲਤ ਹੈ, ਤੁਹਾਨੂੰ ਕੋਈ ਪੈਸੇ ਨਹੀਂ ਮਿਲਦੇ। ਇਹ 'ਚ ਫਰਾਡ ਹਾਜ਼ਰੀਆਂ ਵੀ ਲੱਗਣਗੀਆਂ, ਆਪਦੇ ਬੰਦਿਆਂ ਨੂੰ ਫਰਾਡ ਨੂੰ ਵੀ ਦੇ ਸਕਦੇ ਨੇ। ਉਹਦਾ ਤਰੀਕਾ ਇਹ ਹੈ ਕਿ ਮਨਰੇਗਾ ਤੇ ਜਿਵੇਂ ਸਰਕਾਰੀ ਮੁਲਾਜ਼ਮ ਹੁੰਦਾ ਨਾ, ਜੇ ਠੇਕੇ ਤੇ ਉਹਨੂੰ ਇੱਕ ਨਿਯੁਕਤੀ ਪੱਤਰ ਮਿਲਦਾ, ਉਹ ਨਿਯੁਕਤੀ ਪੱਤਰ ਦੇ ਕਾਰਨ ਉੱਥੇ ਜਾ ਕੇ ਕੰਮ ਕਰਦਾ। ਮਨਰੇਗਾ 'ਚ ਵੀ ਇਹ ਹੈ ਕਿ ਤੁਹਾਨੂੰ ਕਿਹੜੇ ਪ੍ਰੋਜੈਕਟ ਤੇ ਕੰਮ ਤੇ ਲਾਉਣਾ, ਕਿੰਨੇ ਦਿਨ ਦਾ ਮਾਸਟਰ ਰੋਲ ਨਿਕਲਦਾ ਉਹਦਾ। ਮਾਸਟਰ ਰੋਲ ਹਰ ਹਫਤੇ, ਮਤਲਬ ਪਹਿਲੇ 6 ਦਿਨ, ਫਿਰ ਅਗਲੇ ਦਿਨ, ਫਿਰ ਅਗਲੇ ਦਿਨ 15 ਦਿਨ ਤੋਂ 14 ਦਿਨ ਤੋਂ ਘੱਟ ਕੰਮ ਦਿੱਤਾ ਨਹੀਂ ਜਾ ਸਕਦਾ। ਔਰ ਉਹ ਮਾਸਟਰ ਰੋਲ ਜਦੋਂ ਨਿਕਲਦਾ ਤਾਂ ਨਿਕਲਦਾ ਪਹਿਲਾਂ ਤੁਹਾਡੇ ਕੋਲ ਨਿਯੁਕਤੀ ਪੱਤਰ ਹੋਵੇ ਤੁਹਾਡੇ ਹੱਥ 'ਚ। ਜੇ ਤੁਹਾਡੇ ਕੋਲ ਨਿਯੁਕਤੀ ਪੱਤਰ ਹੈ, ਉਦੋਂ ਬਾਅਦ ਤੁਹਾਨੂੰ ਕੰਮ ਨਾ ਦਿੱਤਾ ਗਿਆ ਤਾਂ ਤੁਸੀਂ ਬੇਰੁਜ਼ਗਾਰੀ ਭੱਤੇ ਦੇ ਹੱਕਦਾਰ ਹੋ। ਦੂਜੀ ਗੱਲ, ਉਸ ਨਿਯੁਕਤੀ ਪੱਤਰ ਦੇ ਮੁਤਾਬਕ ਜੇ ਤੁਸੀਂ ਕੰਮ ਕੀਤਾ, ਜਿਹੜਾ ਵੀ ਪ੍ਰੋਜੈਕਟ ਤੇ ਲਿਜਾਂਦੇ ਹੋ, ਜੇ ਤੁਹਾਡੀ ਪੇਮੈਂਟ ਸਮੇਂ ਤੇ ਨਾ ਆਈ 15 ਦਿਨਾਂ ਦੇ ਅੰਦਰ ਅੰਦਰ, ਤਾਂ ਤੁਹਾਨੂੰ ਵਿਆਜ ਸਮੇਤ ਮਿਲੇਗੀ। ਕਾਨੂੰਨ ਦੇ ਵਿੱਚ ਇਹ ਦਰਜ ਹੈ ਕਿ ਜੇਕਰ ਤੁਸੀਂ ਨਹੀਂ ਦਿੰਦੇ, ਜਿਹੜੇ ਅਫਸਰ ਦੇ ਪੱਧਰ ਦੇ ਉੱਤੇ ਉਹ ਨਲਾਇਕੀ ਹੋਈ ਹੈ, ਸਮੇਂ ਤੇ ਨਹੀਂ ਆਇਆ, ਉਹਦੀ ਤਨਖਾਹ 'ਚੋਂ ਕੱਟ ਕੇ ਦਿੱਤੀ ਜਾ ਸਕਦੀ ਹੈ, ਉਹ ਜਿਹੜੀ ਉਹਦੀ ਦਿਹਾੜੀ ਹੈ। ਹੁਣ ਆਪਾਂ ਹਜ਼ਾਰਾਂ ਬੰਦਾ ਪੰਜਾਬ 'ਚ ਦੇਖਦੇ ਹਾਂ ਜਿਹੜਾ ਕਹਿੰਦਾ ਕੰਮ ਕਰਾ ਲਿਆ ਜੀ, ਪੈਸੇ ਨਹੀਂ ਆਏ। ਉਹ ਪੈਸੇ ਇਸ ਕਰਕੇ ਨਹੀਂ ਆਏ ਕਿ ਤੁਸੀਂ ਕਾਨੂੰਨ ਮੁਤਾਬਕ ਕੰਮ ਨਹੀਂ ਮੰਗਿਆ, ਨਿਯੁਕਤੀ ਪੱਤਰ ਤੁਹਾਡੇ ਕੋਲ ਹੈ ਨਹੀਂ ਸੀ। ਫਿਰ ਅਧਿਕਾਰੀ ਤੇ ਬਾਕੀ ਲੋਕ ਮਨਮਾਨੀ ਕਰਦੇ ਨੇ। ਇਹ ਮਨਮਾਨੀ ਦਾ ਸਵਾਲ ਇਹ ਨਹੀਂ, 100% ਤੁਹਾਡਾ ਹੱਕ ਹੈ ਜਿਹੜੇ ਬੰਦੇ ਨੇ ਕੰਮ ਲੈਣਾ। ਦੂਜੇ ਬੰਦੇ ਇਹਦੇ 'ਚ ਕੋਈ ਵੀ ਗੜਬੜ ਕਰ ਨਹੀਂ ਸਕਦੇ ਜੇਕਰ ਤੁਹਾਨੂੰ ਥੋੜ੍ਹੀ ਜਿਹੀ ਸਮਝ ਹੋਵੇ ਇਸ ਪੱਧਰ ਤੇ। ਇਹ ਜਿਹੜਾ ਮਨਰੇਗਾ ਵਾਸਤੇ ਨਿਯੁਕਤੀ ਪੱਤਰ ਹੈ, ਇਹ ਹਰ ਸਾਲ ਨਵਾਂ ਬਣਵਾਉਣਾ ਪੈਂਦਾ ਹੈ ਜਾਂ ਸਭ ਦੇ ਬਣੇ ਹੋਏ ਨੇ, ਜਾਂ ਬਹੁਤ ਹੀ ਅਧੂਰੇ ਕੰਮ ਨੇ ਇਹਦੇ 'ਚ? ਨਹੀਂ, ਕੇਵਲ ਜੌਬ ਕਾਰਡ ਹੁੰਦਾ ਜਿਹੜਾ 5 ਸਾਲ ਦੀ ਟੈਨਿਓਰ ਹੈ, 5 ਸਾਲ ਬਾਅਦ ਫਿਰ ਨਵਾਂ ਬਣਾਉਣਾ ਪੈਂਦਾ। ਨਿਯੁਕਤੀ ਪੱਤਰ ਤਾਂ ਹਰ ਵੇਲੇ ਮੰਗੇ ਗਏ ਕੰਮ ਦਾ ਹੁੰਦਾ ਜੀ। ਮੰਨ ਲਓ ਮੈਂ 100 ਮਨਰੇਗਾ 'ਚ ਕੰਮ ਕਰਨਾ ਚਾਹੁੰਦਾ, ਮੈਂ 100 ਦਿਨ ਕੰਮ ਕਰਨਾ। ਹੋ ਸਕਦਾ ਇੱਕ ਪ੍ਰੋਜੈਕਟ ਪੰਚਾਇਤ ਬਣਾਵੇ ਜਿਹਦੇ 'ਚ ਕੰਮ 20 ਦਿਨ ਦਾ ਹੀ ਹੋਵੇ, ਤਾਂ ਉਹ ਕੰਮ ਦਾ ਇੱਕ ਪ੍ਰੋਜੈਕਟ ਬਣ ਗਿਆ, ਮੈਨੂੰ 20 ਦਿਨ ਦਾ ਨਿਯੁਕਤੀ ਪੱਤਰ ਮਿਲ ਜਾਊਗਾ ਕਿ 20 ਦਿਨ ਇਸ ਪ੍ਰੋਜੈਕਟ ਤੇ, ਤਾਂ ਉਹਨੂੰ ਮੇਰੇ ਬਾਕੀ ਕੰਮ ਲਈ ਦੂਜਾ ਪ੍ਰੋਜੈਕਟ ਬਣਾਉਣਾ ਪਊਗਾ ਤੇ ਉਹ ਦੂਜੇ ਪ੍ਰੋਜੈਕਟ ਦਾ ਨਿਯੁਕਤੀ ਪੱਤਰ ਫਿਰ ਮੈਨੂੰ ਦਿਓ ਕਿ ਆਹ ਇੱਕ ਪ੍ਰੋਜੈਕਟ ਹੈ 'ਚ ਇੰਨੀ ਲੇਬਰ ਲੱਗਣੀ ਹੈ ਤੇ ਇਹਦੇ 'ਚ ਵੀ ਤੁਹਾਨੂੰ ਨਿਯੁਕਤੀ ਪੱਤਰ ਦਿੰਦੇ ਆ। ਉਹ ਨਿਯੁਕਤੀ ਪੱਤਰ ਹਰ ਪ੍ਰੋਜੈਕਟ ਵਾਈਜ਼ ਹੋਏਗਾ। ਹੁਣ ਪ੍ਰੋਜੈਕਟ ਹੀ ਅਸੀਂ ਨਹੀਂ ਬਣਾ ਰਹੇ, ਅਸੀਂ ਉਹੀ ਲਾ ਦਿੰਦੇ ਆ ਬੰਦਿਆਂ ਨੂੰ ਕਿਤੇ ਵੀ ਜਾ। ਸਰ ਉਹ ਕਿਵੇਂ, ਜਦੋਂ ਉਹਨਾਂ ਦਾ ਨਿਯੁਕਤੀ ਪੱਤਰ ਉਹਨਾਂ ਨੇ ਬਣਾਉਣਾ ਹੈ, ਪੰਚਾਇਤ ਨੇ ਬਣਾਉਣਾ ਹੈ, ਤੇ ਉਹਨਾਂ ਦਾ ਬਣਿਆ ਵੀ ਨਹੀਂ, ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਜਾ ਕੇ ਆਪਣਾ ਕੰਮ ਮੰਗ ਸਕਦਾ, ਫਿਰ ਉਹ ਕੀ ਕਰੂਗਾ ਜੀ? ਨਹੀਂ, ਮੈਂ ਕਿਹਾ ਕਿ ਕੰਮ ਮੰਗ ਸਕਦਾ ਜਦੋਂ ਅਰਜੀ ਦਿੱਤੀ ਹੈ, ਤੁਸੀਂ ਰਸੀਟ ਲੈ ਲਈ। ਤੁਸੀਂ ਕਹਿ ਰਹੇ ਹੋ ਨਾ ਵੀ ਨਿਯੁਕਤੀ ਪੱਤਰ ਉਹਦੇ ਕੋਲ ਪਰ ਹੋਣਾ ਚਾਹੀਦਾ। ਨਹੀਂ, ਨਿਯੁਕਤੀ ਪੱਤਰ ਨਹੀਂ ਹੈ। ਮੈਂ ਕਿ ਪਹਿਲਾ ਸਟੈਪ ਕੀ ਹੈ ਸਮਝੋ, ਪਹਿਲਾ ਸਟੈਪ ਹੈ ਜੌਬ ਕਾਰਡ ਬਣਨਾ, ਅਗਲਾ ਸਟੈਪ ਹੈ ਕੰਮ ਮੰਗਣਾ। 15 ਦਿਨ ਉਹਨੂੰ ਵਕਫਾ ਦੇਣਾ ਪੈਂਦਾ ਕੰਮ 'ਚ। 15 ਦਿਨ ਇਸੇ ਕਰਕੇ ਦਿੱਤੇ ਜਾਂਦੇ ਨੇ ਪੰਚਾਇਤ ਨੂੰ ਜਾਂ ਵੀਡੀਓ, ਤਾਂ ਕਿ ਉਹ 'ਚ ਕੰਮ ਲੱਭ ਲਏ ਤੁਹਾਡੇ ਲਈ ਕਿ ਕੀ ਕੰਮ ਤੇ ਲਾਉਣਾ। ਉਦੋਂ ਬਾਅਦ ਉਹਦੇ ਕੋਲ ਤੁਸੀਂ ਇੱਕ ਅਰਜੀ ਦੇਤੀ ਜਦੋਂ ਕੰਮ ਮੰਗਣ ਦੀ, ਤੁਹਾਡੇ ਕੋਲ ਰਸੀਟ ਹੈਗੀ ਹੈ, ਜਿੱਦਣ ਉਹ ਤੁਹਾਨੂੰ ਕੰਮ ਦੇਊਗਾ ਉਸ ਤਾਰੀਖ ਤੋਂ ਉਦੋਂ ਨਿਯੁਕਤੀ ਪੱਤਰ ਮੰਗਣਾ ਵੀ ਉਹ ਕਿੱਥੇ ਹੈ ਨਿਯੁਕਤੀ ਪੱਤਰ, ਕਿਹੜੇ ਕੰਮ ਤੇ ਲਾ ਰਹੇ ਹੋ, ਉਸ ਦਿਨ ਦੀ ਗੱਲ ਹੈ। ਅਗਲਾ ਸਟੈਪ ਹੈ ਇਹ ਨਿਯੁਕਤੀ ਪੱਤਰ। ਤੇ ਜਦੋਂ ਤੁਹਾਡੇ ਕੋਲ ਨਿਯੁਕਤੀ ਪੱਤਰ ਜੇ ਉਹ ਨਹੀਂ ਦਿੰਦਾ, ਉਹ ਕਹਿੰਦੇ ਮੈਂ ਨਹੀਂ ਜੀ ਕੰਮ ਕਰਨਾ ਹੈ, ਮੈਂ ਨਿਯੁਕਤੀ ਪੱਤਰ ਤੇ ਹੀ ਕਰਨਾ ਹੈ, ਤੇ ਉਦੋਂ ਬਾਅਦ ਬੇਰੁਜ਼ਗਾਰੀ ਭੱਤੇ ਦੀ ਅਰਜੀ ਸਟਾਰਟ ਕਰ ਦਿਓ, ਦੇ ਦਿਓ, ਉਹਦੀ ਵੀ ਰਸੀਟ ਲੈ ਲਓ ਜਦ ਵੀ ਮੇਰਾ ਕੰਮ ਮੰਗਿਆ ਗਿਆ, ਦਿਨ ਵਾਧੂ ਹੁੰਦੇ ਜਾ ਰਹੇ ਨੇ, ਉਹਨਾਂ 'ਚ ਤੁਸੀਂ ਮੈਨੂੰ ਨਹੀਂ ਦੇ ਰਹੇ, ਮੈਂ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਹਾਂ। ਤਾਂ ਉਹਨਾਂ ਦੀ ਮਜਬੂਰੀ ਬਣੇਗੀ ਨਿਯੁਕਤੀ ਪੱਤਰ ਦੇ ਕੇ ਤੁਹਾਨੂੰ ਕੰਮ। 90 ਦੀ 50-55 ਪਿੰਡਾਂ 'ਚ ਲੋਕਾਂ ਨੇ ਸਟਰਗਲ ਲੜੀ ਆ ਇਸੇ ਸਾਲ ਪਿਛਲੇ 'ਚ, ਔਰ ਉਹ ਨਿਯੁਕਤੀ ਪੱਤਰ ਲੈ ਕੇ ਉਹਨਾਂ ਨੇ ਕੰਮ ਲਿਆ ਇੰਨਾ ਹੀ ਸਾਰੇ ਇਲਾਕੇ ਦੇ ਵਿੱਚ, ਔਰ ਉਹਨਾਂ ਨੇ ਲਗਾਤਾਰ ਇਹ ਕੰਮ ਵੀ ਕੀਤਾ। ਇੱਕ ਦੂਜੇ ਨਾਲ ਤਾਲਮੇਲ 'ਚੋਂ ਸਿੱਖਿਅਤ ਕਰਨਾ ਉਹਨਾਂ ਨੂੰ ਜਾਂ ਸਿੱਖਿਅਤ ਹੋਣਾ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਜਿਸ ਤਰ੍ਹਾਂ ਸ਼ਾਇਦ ਮੈਂ ਗਲਤ ਨਾ ਹੋਵਾਂ, ਸਰਦਾਰ ਮਨਮੋਹਨ ਸਿੰਘ ਜੀ ਦੀ ਸਰਕਾਰ ਵੇਲੇ ਇੱਕ ਜਾਰੀ ਕੀਤਾ ਗਿਆ ਸੀ ਕਿ ਜਿਹੜੇ ਛੋਟਾ ਕਿਸਾਨ ਹੈ 5 ਏਕੜ ਤੱਕ ਦਾ, ਉਹ ਵੀ ਆਪਣੇ ਖੇਤ ਦੇ ਵਿੱਚ ਮਗਨਰੇਗਾ ਸਕੀਮ ਦੇ ਤਹਿਤ ਕੰਮ ਕਰ ਸਕਦਾ, ਉਹਨੂੰ ਦਿਹਾੜੀ ਪੂਰੀ ਮਿਲੇਗੀ। ਹਾਂ, ਇਹ ਉਦੋਂ ਨਹੀਂ ਸੀ, 2013 'ਚ ਆ ਕੇ ਇਹਨਾਂ ਨੇ ਸ਼ਾਮਲ ਕੀਤਾ। ਪਹਿਲਾਂ ਸ਼ੁਰੂਆਤੀ ਮਨਰੇਗਾ 'ਚ ਤਾਂ ਇਹ ਸੀ ਵੀ ਜਿਹੜੇ ਸ਼ੈਡਿਊਲ ਕਾਸਟ ਪਰਿਵਾਰ ਨੇ ਜਾਂ ਕਬਾਇਲੀ ਨੇ, ਉਹ ਆਪਣੇ ਖੇਤ ਦੇ ਵਿੱਚ, ਪਰਸਨਲ ਖੇਤ ਦੇ ਵਿੱਚ ਕਰ ਸਕਦੇ ਨੇ। ਫਿਰ ਇਹਨਾਂ ਨੇ ਬਦਲਤਾ 2013 'ਚ, ਉਹ ਕੋਈ ਵੀ ਹੋਵੇ। ਉਹਦੀ ਇੱਕ ਉਦਾਹਰਨ ਦਿੱਤੀ ਹੋਈ ਹੈ, ਉਹ ਉਦਾਹਰਨ ਹੈਗੀ ਹੈ ਕਿ ਜਿਹੜਾ ਇੱਕ ਕਰਜ਼ਾ ਮਾਫੀ ਤਹਿਤ ਕਿਸਾਨੀ ਦਾ ਇੱਕ ਪਰਿਭਾਸ਼ਾ ਦਿੱਤੀ ਗਈ ਸੀ, ਉਹ ਸਾਰੇ ਉਹਦੇ ਵਿੱਚ ਆਉਂਦੇ ਨੇ ਕਿ ਛੋਟਾ ਤੇ ਮਾਰਜਨਲ ਕਿਸਾਨ ਕਿਹਨੂੰ ਕਹਿੰਦੇ ਨੇ, ਛੋਟਾ ਤੇ ਸੀਮਾਂਤ, ਉਹ 5 ਏਕੜ ਤੱਕ ਆਉਂਦਾ। ਉਹਦੇ 'ਚ ਕੁਝ ਕੰਮ ਨੇ, ਹਰ ਇੱਕ ਦੇ ਵਿੱਚ ਨਹੀਂ ਹੈ, ਔਰ ਇਹ ਗੱਲ ਦੀ ਜ਼ਰੂਰਤ ਹੈ। ਉਹ ਕੰਮ ਨੇ ਜਿਹੜੇ ਮਤਲਬ 27-28 ਕੰਮ ਨੇ ਜਿਹੜੇ ਖੇਤ ਦੇ ਵਿੱਚ ਕਰਦਾ। ਸਪੋਜ਼ ਕਰੋ ਕੋਈ
ਪਲਾਂਟੇਸ਼ਨ ਕਰਨਾ ਚਾਹੁੰਦਾ, ਬਾਗਬਾਨੀ ਦਾ ਕੰਮ ਪੂਰਾ ਮਨਰੇਗਾ ਦੇ ਤਹਿਤ ਆਉਂਦਾ ਹੈ ਜੇ 5 ਏਕੜ ਤੋਂ ਘੱਟ ਵਾਲਾ ਹੈ। ਔਰ ਇਸੇ ਤਰ੍ਹਾਂ ਪਾਣੀ ਬਚਤ ਕਰਨੀ ਹੈ, ਪਾਣੀ ਦੀ ਸੇਵਿੰਗ ਕਰਨੀ ਹੈ, ਉਹ ਸਾਰਾ ਆਉਂਦਾ ਹੈ। ਇਸ ਤਰ੍ਹਾਂ ਅਲਾਈਡ ਜਿਹੜੀ ਆਕੂਪੇਸ਼ਨ, ਜਿਵੇਂ ਤੁਸੀਂ ਡੰਗਰਾਂ ਦੇ ਵਾਸਤੇ ਸ਼ੈੱਡ ਬਣਾਉਣਾ ਹੈ, ਜਿਵੇਂ ਤੁਸੀਂ ਕੋਈ ਮੁਰਗੀ ਸ਼ੈੱਡ ਬਣਾਉਣਾ, ਜਿਹੜੇ ਸਹਾਇਕ ਧੰਦੇ ਨੇ, ਸਧਾਰਨ ਭਾਸ਼ਾ 'ਚ ਆਪਾਂ ਸੋਚੀਏ ਵੀ ਜਿਹਨੂੰ ਸਰਕਾਰ ਖੁਦ ਪ੍ਰਮੋਟ ਕਰ ਰਹੀ ਜਿਹੜੇ ਕੰਮਾਂ ਨੂੰ, ਉਹ ਸਾਰੇ ਕੰਮ ਇਹਦੇ ਵਿੱਚ ਸ਼ਾਮਲ ਨੇ। ਔਰ ਈਵਨ ਕੁਦਰਤੀ ਖੇਤੀ ਆ, ਗੰਡੋਇਆਂ ਦੀ ਖਾਦ, ਹੋਰ ਸਾਰਾ ਕੁਝ, ਉਹ ਸਾਰਾ ਕੁਝ ਇਹਦੇ ਵਿੱਚ ਸ਼ਾਮਲ ਹੈ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਮਤਲਬ ਤੁਸੀਂ ਕੰਮ ਮੰਗਦੇ ਹੋ। ਉਹਦੇ ਲਈ ਵੀ ਜ਼ਰੂਰੀ ਹੈ ਕਿ 5 ਏਕੜ ਤੱਕ ਵਾਲੇ ਕਿਸਾਨਾਂ ਨੂੰ ਵੀ ਜੌਬ ਕਾਰਡ ਬਣਾਉਣਾ ਪਹਿਲੀ ਸ਼ਰਤ ਹੈ। ਜੌਬ ਕਾਰਡ ਜਿੱਦਣ ਤੁਸੀਂ ਅਰਜੀ ਦੇ ਦਿੰਦੇ ਹੋ ਜੌਬ ਕਾਰਡ ਬਣਨ ਦੀ, ਉਹ ਵੀ 15 ਦਿਨਾਂ ਦੇ ਵਿੱਚ ਤੁਹਾਡੇ ਘਰ ਬਣ ਕੇ ਆ ਜਾਣਾ ਜ਼ਰੂਰੀ ਹੈ। ਨਹੀਂ ਆਉਂਦਾ ਤਾਂ ਉਹ ਕਾਨੂੰਨ ਦੀ ਉਲੰਘਣਾ ਹੈ। ਮਤਲਬ ਇਹਦੇ 'ਚ ਇਸ ਕਰਕੇ ਮਹੱਤਵਪੂਰਨ ਹੈ ਕਿ ਹਰ ਕੰਮ ਦਿਨ ਤੈਅ ਕੀਤੇ ਹੋਏ ਨੇ ਕਿ ਇਦੋਂ ਵੱਧ ਨਹੀਂ ਕਰ ਸਕਦੇ ਤੁਸੀਂ। ਬਾਕੀ ਕੰਮਾਂ 'ਚ ਖੁੱਲ੍ਹਾ ਹੈ ਵੀ ਨਹੀਂ ਜੀ ਟਾਈਮ ਨਹੀਂ ਲੱਗਿਆ, ਇਹਦੇ 'ਚ ਟਾਈਮ ਨਾ ਲੱਗਣ ਦਾ ਸਵਾਲ ਨਹੀਂ ਹੈ। ਔਰ ਜੌਬ ਕਾਰਡਾਂ ਦੀ ਮੈਂ ਤੁਹਾਨੂੰ ਇਸੇ ਇਲਾਕੇ ਦੇ ਪਿੰਡਾਂ ਦੀ ਐਗਜ਼ਾਮਪਲ ਦਿੰਦਾ। ਇਸੇ ਏਰੀਏ ਦੇ 7-8 ਪਿੰਡਾਂ ਦੇ ਜੌਬ ਕਾਰਡ ਨਹੀਂ ਦਿੱਤੇ BDPO ਨੇ। ਇਹ 2 ਸਾਲ ਦੀ ਗੱਲ ਹੈ। ਤੇ ਇੱਥੋਂ ਦੀਆਂ 60-70 ਮਾਈਆਂ ਇਕੱਠੀਆਂ ਹੋ ਕੇ, ਮਾਈਆਂ ਬਜ਼ੁਰਗ ਮਤਲਬ ਪੈਰ ਲਿਬੜੇ ਹੋਏ ਗੋਹੇ ਨਾਲ, ਦਲਿਤ ਔਰਤਾਂ ਨੇ ਥਾਣੇ ਚਲੀਆਂ ਗਈਆਂ। ਥਾਣੇ ਜਾ ਕੇ ਉਹ ਕੀ ਕਹਿ ਰਹੀ ਜਾਣੇ, ਉਹ ਕਹਿੰਦੇ ਦੱਸੋ ਭਾਈ, ਉਹ ਕਹਿੰਦੇ ਜੀ BDO ਖਿਲਾਫ ਪਰਚਾ ਦਰਜ ਕਰਾਉਣਾ ਆਈਆਂ ਜੀ। ਉਹ ਥਾਣੇਦਾਰ ਹੋ ਗਿਆ ਵੀ BDO ਮੇਰੇ ਤੋਂ ਵੱਡਾ ਅਫਸਰ ਹੈ ਜੀ, ਉਹ ਕਲਾਸ 1 ਅਫਸਰ ਹੈ, ਮੈਂ ਕਿਵੇਂ ਕਰ ਸਕਦਾ। ਉਹ ਕਹਿੰਦੇ ਵੀ ਆਹ ਇਹ ਕਾਨੂੰਨ ਮਨਰੇਗਾ ਦਾ, ਇਹਦੇ 'ਚ ਆਹ ਖਲਾਜ ਹੈ, ਇਹ ਲਿਖੀ ਹੋਈ ਹੈ, ਤੇ ਵੀ ਜੇ ਕੋਈ ਇਹਦਾ ਉਲੰਘਣ ਕਰਦਾ ਉਹਦੇ ਖਿਲਾਫ ਕਾਰਵਾਈ ਹੋ ਸਕਦੀ ਹੈ। ਉਹ ਕਹਿੰਦੇ ਤੁਸੀਂ DSP ਤੇ ਜਾਓ ਤੇ ਕੀ ਗੱਲ ਹੈ। ਚਲੋ ਉਹ ਗਈਆਂ, ਉਹਨਾਂ ਨੇ DSP ਨੂੰ ਵੀ ਜਾ ਕੇ ਇੱਕ ਦਰਖਾਸਤ ਦੇਤੀ। ਅਗਲੇ ਦਿਨ ਉਹਨਾਂ ਦੇ ਘਰ ਘਰ ਜੌਬ ਕਾਰਡ ਵੰਡੇ ਗਏ। ਇਹ ਤਾਕਤ ਕਾਨੂੰਨ ਦੀ ਹੁੰਦੀ ਹੈ ਜਦੋਂ ਤੁਸੀਂ ਜਾਣਦੇ ਹੋਵੋ। ਜੇ ਤੁਸੀਂ ਨਹੀਂ ਜਾਣਦੇ ਫਿਰ ਉਹਦਾ ਕੋਈ ਮਤਲਬ ਨਹੀਂ। ਇਸੇ ਤਰ੍ਹਾਂ 5 ਏਕੜ ਤੱਕ ਵਾਲੇ ਦੇ ਮਾਮਲੇ ਦੇ ਵਿੱਚ ਵੀ ਕਿਸਾਨੀ ਦਾ ਹਜੇ ਮੁੱਦਾ ਹੀ ਨਹੀਂ। ਮੈਨੂੰ ਇਹ ਬਾਰ-ਬਾਰ ਸਮਝ ਨਹੀਂ ਆ ਰਹੀ ਕਿ ਕਿਸਾਨ ਯੂਨੀਅਨਾਂ ਦਾ ਇਹ ਮੁੱਖ ਏਜੰਡਾ ਕਿਉਂ ਨਹੀਂ ਹੈ। ਅਸੀਂ ਸਵਾਮੀਨਾਥਨ ਮੁਤਾਬਕ ਰਿਪੋਰਟ ਮੰਗ ਲਓ ਜਾਂ ਬਾਕੀ ਹੈ ਭਾਅ ਵਧਾ ਲਓ, ਭਾਅ ਤਾਂ ਹੁਣ ਜਾ ਹੀ ਰਹੇ ਨੇ, ਵੈਸੇ ਕੋਈ ਗੱਲ ਨਹੀਂ ਹੈ। ਪਰ ਜੇਕਰ ਮੰਨ ਲਓ 100 ਰੁਪਇਆ ਭਾਅ ਵੱਧ ਵੀ ਗਿਆ, ਛੋਟੇ ਕਿਸਾਨ ਕੋਲ ਵੇਚਣ ਲਈ ਕਿੰਨੀ ਕੁ ਹੁੰਦੀ ਹੈ? ਕਣਕ ਤਾਂ ਵੈਸੇ ਅੱਧੀ ਘਰ ਰਹਿ ਜਾਂਦੀ ਹੈ, ਥੋੜ੍ਹੀ ਹੁੰਦੀ ਹੈ, ਤੇ ਉਹਦੇ ਨਾਲ ਉਹਨੂੰ 2-4 ਹਜ਼ਾਰ ਦਾ ਫਰਕ ਪੈਂਦਾ ਹੈ। ਜੇ ਮਨਰੇਗਾ ਲਾਗੂ ਕਰਾ ਲਈ ਜਾਵੇ, ਜਿਹੜੇ 5 ਏਕੜ ਤੱਕ ਵਾਲੇ ਕਿਸਾਨਾਂ ਲਈ, ਇਹਦੇ ਲਈ ਜਦੋਜਹਿਦ ਕੀਤੀ ਜਾਏ ਕਿ ਕਾਨੂੰਨ ਹੈ ਭਾਈ ਸਾਹਿਬ, ਬੁਨਿਆਦੀ ਹੱਕ ਹੈ, ਤਾਂ ਤੁਹਾਨੂੰ 263 ਰੁਪਏ ਦਿਹਾੜੀ ਹੈ ਹੁਣ। ਹਾਲਾਂਕਿ ਉਹ ਘੱਟ ਹੈ, ਮਿਨੀਮਮ ਵੇਜ ਦੇ ਬਰਾਬਰ ਚਾਹੀਦੇ, ਚਲੋ 263 ਵੀ ਲਾ ਲਓ। 100 ਦਿਨ ਦਾ ਕੰਮ ਦਿਹਾੜੀ ਉਹਦੇ 'ਚ ਮਿਲ ਸਕਦੀ ਹੈ। 26,300 ਰੁਪਇਆ ਹੋ ਗਿਆ। 26,300 ਰੁਪਏ ਦਾ ਮਤਲਬ 2,000 ਰੁਪਏ ਮਹੀਨੇ ਤੋਂ ਜ਼ਿਆਦਾ ਤੁਹਾਡੀ ਆਮਦਨ ਵੱਧ ਗਈ ਕਿਸੇ ਵੀ ਕਿਸਾਨ ਦੀ ਵੀ, ਉਹ 5 ਏਕੜ ਤੱਕ ਵਾਲੇ ਦੀ। ਔਰ 2,000 ਰੁਪਏ ਮਹੀਨੇ ਨਾਲ ਚੁੱਲ੍ਹੇ ਚੌਂਕੇ ਦਾ ਰਾਸ਼ਨ ਆ ਜਾਂਦਾ ਹੈ, ਜੇਕਰ ਤੁਸੀਂ ਉਸ ਲੈਵਲ 'ਤੇ ਗੱਲ ਕਰੋ। ਜਿਹੜੇ ਪਸ਼ੂ ਰੱਖ ਕੇ ਦੁੱਧ ਪਾਉਂਦੇ ਨੇ ਉਹ ਇਸੇ ਲਈ ਪਾਉਂਦੇ ਨੇ ਵੀ ਚਲੋ ਥੋੜ੍ਹਾ ਬਹੁਤ ਨਕਦੀ ਹੋ ਜਾਏਗੀ। ਤੇ 40% ਮਟੀਰੀਅਲ ਕਾਸਟ ਹੈ ਇਹਦੇ 'ਚ। ਤੁਹਾਡੇ ਉਸੇ ਖੇਤ ਦੇ ਵਿੱਚ ਜੇ ਬੂਟਿਆਂ ਦੀ, ਛੰਦਾਂ ਦੀ, ਕਾਸੇ ਦੀ ਵਿੱਚ ਖਰੀਦ ਦੀ ਲੋੜ ਪੈਂਦੀ ਹੈ, ਉਹ ਵੀ ਵਿੱਚ ਹੈ, ਵਿੱਚ ਉਹ ਸ਼ਾਮਲ ਕਰ ਲਓ 40%। ਔਰ ਜੇ 26,000 ਦੇ ਵਿੱਚ ਲਗਭਗ ਤੁਸੀਂ 18,000 20,000 ਉਹ ਵੀ ਪਾ ਲਓ, 40-45,000 ਰੁਪਏ ਦਾ ਜੇਕਰ ਇੱਕ ਬਚਤ ਹੁੰਦੀ ਹੈ ਕਿਸੇ ਕਿਸਾਨ ਨੂੰ, ਇਹ ਕਾਫੀ ਵੱਡੀ ਸਹਾਇਤਾ ਹੈ ਛੋਟੇ ਕਿਸਾਨਾਂ ਲਈ।